ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ਅੱਜ ਤੁਹਾਡੇ ਨਾਲ ਮਨ ਕੀ ਬਾਤ ਇੱਕ ਅਜਿਹੇ ਸਮੇਂ ਕਰ ਰਿਹਾ ਹਾਂ ਜਦੋਂ ਕੋਰੋਨਾ ਸਾਡੇ ਸਾਰਿਆਂ ਦੇ ਧੀਰਜ, ਸਾਡੇ ਸਾਰਿਆਂ ਦੇ ਦੁੱਖ ਬਰਦਾਸ਼ਤ ਕਰਨ ਦੀ ਸੀਮਾ ਦਾ ਇਮਤਿਹਾਨ ਲੈ ਰਿਹਾ ਹੈ। ਬਹੁਤ ਸਾਰੇ ਆਪਣੇ ਸਾਨੂੰ ਬੇਵਕਤ ਛੱਡ ਕੇ ਚਲੇ ਗਏ ਨੇ। ਕੋਰੋਨਾ ਦੀ ਪਹਿਲੀ ਵੇਵ ਦਾ ਸਫਲਤਾਪੂਰਵਕ ਮੁਕਾਬਲਾ ਕਰਨ ਤੋਂ ਬਾਅਦ ਦੇਸ਼ ਹੌਸਲੇ ਨਾਲ ਭਰਿਆ ਹੋਇਆ ਸੀ, ਆਤਮ ਵਿਸ਼ਵਾਸ ਨਾਲ ਭਰਿਆ ਹੋਇਆ ਸੀ। ਲੇਕਿਨ ਇਸ ਤੂਫਾਨ ਨੇ ਦੇਸ਼ ਨੂੰ ਝੰਜੋੜ ਦਿੱਤਾ ਹੈ। ਸਾਥੀਓ, ਬੀਤੇ ਦਿਨੀਂ ਇਸ ਸੰਕਟ ਨਾਲ ਨਿਬੜਨ ਦੇ ਲਈ ਮੇਰੀ ਵੱਖ-ਵੱਖ ਸੈਕਟਰਜ਼ ਦੇ ਐਕਸਪਰਟ ਨਾਲ, ਮਾਹਿਰਾਂ ਦੇ ਨਾਲ ਲੰਬੀ ਚਰਚਾ ਹੋਈ ਹੈ। ਸਾਡੀ ਫਾਰਮਾ ਇੰਡਸਟਰੀ ਦੇ ਲੋਕ ਹੋਣ, ਵੈਕਸੀਨ ਮੈਨੂਫੈਕਚਰਰਜ਼ ਹੋਣ, ਆਕਸੀਜਨ ਦੇ ਪ੍ਰੋਡਕਸ਼ਨ ਨਾਲ ਜੁੜੇ ਲੋਕ ਹੋਣ ਜਾਂ ਫਿਰ ਮੈਡੀਕਲ ਫੀਲਡ ਦੇ ਜਾਣਕਾਰ, ਉਨ੍ਹਾਂ ਨੇ ਆਪਣੇ ਮਹੱਤਵਪੂਰਨ ਸੁਝਾਅ ਸਰਕਾਰ ਨੂੰ ਦਿੱਤੇ ਨੇ। ਇਸ ਵੇਲੇ ਅਸੀਂ ਆਪਣੀ ਇਸ ਲੜਾਈ ਨੂੰ ਜਿੱਤਣ ਦੇ ਲਈ ਐਕਸਪਰਟਸ ਅਤੇ ਵਿਗਿਆਨਿਕ ਸਲਾਹ ਨੂੰ ਪਹਿਲ ਦੇਣੀ ਹੈ। ਰਾਜ ਸਰਕਾਰ ਦੇ ਯਤਨਾਂ ਨੂੰ ਅੱਗੇ ਵਧਾਉਣ ਵਿੱਚ ਭਾਰਤ ਸਰਕਾਰ ਪੂਰੀ ਤਾਕਤ ਨਾਲ ਜੁਟੀ ਹੋਈ ਹੈ। ਰਾਜ ਸਰਕਾਰਾਂ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਨੇ। ਸਾਥੀਓ, ਕੋਰੋਨਾ ਦੇ ਖਿਲਾਫ ਇਸ ਸਮੇਂ ਬਹੁਤ ਵੱਡੀ ਲੜਾਈ ਦੇਸ਼ ਦੇ ਡਾਕਟਰ ਅਤੇ ਹੈਲਥ ਵਰਕਰਜ਼ ਲੜ ਰਹੇ ਨੇ। ਪਿਛਲੇ 1 ਸਾਲ ਵਿੱਚ ਉਨ੍ਹਾਂ ਨੂੰ ਇਸ ਬਿਮਾਰੀ ਨੂੰ ਲੈ ਕੇ ਹਰ ਤਰ੍ਹਾਂ ਦੇ ਤਜਰਬੇ ਵੀ ਹੋਏ ਨੇ। ਸਾਡੇ ਨਾਲ ਇਸ ਵੇਲੇ ਮੁੰਬਈ ਤੋਂ ਪ੍ਰਸਿੱਧ ਡਾਕਟਰ ਸ਼ਸ਼ਾਂਕ ਜੋਸ਼ੀ ਵੀ ਜੁੜ ਰਹੇ ਨੇ। ਡਾਕਟਰ ਸ਼ਸ਼ਾਂਕ ਜੀ ਨੂੰ ਕੋਰੋਨਾ ਦੇ ਇਲਾਜ ਅਤੇ ਉਸ ਨਾਲ ਜੁੜੀ ਰਿਸਰਚ ਦਾ ਬਹੁਤ ਜ਼ਮੀਨੀ ਅਨੁਭਵ ਹੈ, ਜੋ ਇੰਡੀਅਨ ਕਾਲਜ ਆਫ ਫਿਜ਼ੀਸ਼ੀਅਨਜ਼ ਦੇ ਡੀਨ ਵੀ ਰਹਿ ਚੁੱਕੇ ਨੇ। ਆਓ ਗੱਲ ਕਰਦੇ ਹਾਂ ਡਾਕਟਰ ਸ਼ਸ਼ਾਂਕ ਨਾਲ। ਨਮਸਕਾਰ ਡਾਕਟਰ ਸ਼ਸ਼ਾਂਕ ਜੀ। ਨਮਸਕਾਰ ਸਰ। ਅਜੇ ਕੁਝ ਦਿਨ ਪਹਿਲਾਂ ਹੀ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਸੀ। ਤੁਹਾਡੇ ਵਿਚਾਰਾਂ ਦੀ ਸਪਸ਼ਟਤਾ ਮੈਨੂੰ ਬਹੁਤ ਚੰਗੀ ਲੱਗੀ ਸੀ। ਮੈਨੂੰ ਲੱਗਾ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਤੁਹਾਡੇ ਵਿਚਾਰ ਜਾਣਨੇ ਚਾਹੀਦੇ ਨੇ। ਜੋ ਗੱਲਾਂ ਸੁਣਨ ਵਿੱਚ ਆਉਂਦੀਆਂ ਨੇ, ਉਨ੍ਹਾਂ ਨੂੰ ਮੈਂ ਇੱਕ ਸਵਾਲ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ। ਡਾਕਟਰ ਸ਼ਸ਼ਾਂਕ, ਤੁਸੀਂ ਲੋਕ ਇਸ ਸਮੇਂ ਦਿਨ-ਰਾਤ ਜੀਵਨ ਰੱਖਿਆ ਦੇ ਕੰਮ ਵਿੱਚ ਲੱਗੇ ਹੋਏ ਹੋ। ਸਭ ਤੋਂ ਪਹਿਲਾਂ ਤਾਂ ਮੈਂ ਚਾਹਾਂਗਾ ਕਿ ਤੁਸੀਂ ਸੈਕੰਡ ਵੇਵ ਦੇ ਬਾਰੇ ਲੋਕਾਂ ਨੂੰ ਦੱਸੋ। ਮੈਡੀਕਲੀ ਇਹ ਕਿਵੇਂ ਵੱਖ ਹੈ ਅਤੇ ਕੀ-ਕੀ ਸਾਵਧਾਨੀ ਜ਼ਰੂਰੀ ਹੈ? ਧੰਨਵਾਦ ਸਰ। ਇਹ ਜੋ ਦੂਜੀ ਲਹਿਰ ਆਈ ਹੈ, ਇਹ ਤੇਜ਼ੀ ਨਾਲ ਆਈ ਹੈ ਅਤੇ ਜਿੰਨੀ ਪਹਿਲੀ ਲਹਿਰ ਸੀ, ਉਸ ਤੋਂ ਇਹ ਵਾਇਰਸ ਜ਼ਿਆਦਾ ਤੇਜ਼ ਚੱਲ ਰਿਹਾ ਹੈ। ਪਰ ਚੰਗੀ ਗੱਲ ਇਹ ਹੈ ਕਿ ਇਸ ਤੋਂ ਜ਼ਿਆਦਾ ਰਫ਼ਤਾਰ ਨਾਲ ਰਿਕਵਰੀ ਵੀ ਹੈ ਅਤੇ ਮੌਤ ਦਰ ਕਾਫੀ ਘੱਟ ਹੈ। ਇਸ ਵਿੱਚ 2-3 ਫਰਕ ਨੇ। ਪਹਿਲਾਂ ਤਾਂ ਇਹ ਨੌਜਵਾਨਾਂ ਅਤੇ ਬੱਚਿਆਂ ਵਿੱਚ ਵੀ ਥੋੜ੍ਹਾ ਦਿਖਾਈ ਦੇ ਰਿਹਾ ਹੈ। ਉਸ ਦੇ ਜੋ ਲੱਛਣ ਹਨ, ਪਹਿਲੇ ਜਿਹੜੇ ਲੱਛਣ ਸਨ, ਸਾਹ ਚੜ੍ਹਨਾ, ਸੁੱਕੀ ਖੰਘ ਆਉਣਾ, ਬੁਖਾਰ ਹੋਣਾ, ਇਹ ਤਾਂ ਸਾਰੇ ਹੈ ਹੀ ਹਨ ਅਤੇ ਇਸ ਦੇ ਨਾਲ ਥੋੜ੍ਹਾ ਮਹਿਕ ਦਾ ਚਲੇ ਜਾਣਾ, ਸਵਾਦ ਚਲੇ ਜਾਣਾ, ਇਹ ਵੀ ਹੈ ਅਤੇ ਲੋਕ ਥੋੜ੍ਹੇ ਡਰੇ ਹੋਏ ਨੇ। ਡਰਨ ਦੀ ਬਿਲਕੁਲ ਲੋੜ ਨਹੀਂ ਹੈ। 80-90% ਲੋਕਾਂ ਵਿੱਚ ਇਸ ਦੇ ਕੋਈ ਵੀ ਲੱਛਣ ਵਿਖਾਈ ਨਹੀਂ ਦਿੰਦੇ। ਇਹ ਮਿਊਟੇਸ਼ਨ ਜੋ ਕਹਿੰਦੇ ਨੇ, ਘਬਰਾਉਣ ਦੀ ਗੱਲ ਨਹੀਂ ਹੈ। ਇਹ ਮਿਊਟੇਸ਼ਨ ਹੁੰਦੇ ਰਹਿੰਦੇ ਨੇ। ਜਿਵੇਂ ਅਸੀਂ ਕੱਪੜੇ ਬਦਲਦੇ ਹਾਂ, ਉਂਝ ਹੀ ਵਾਇਰਸ ਵੀ ਆਪਣਾ ਰੰਗ ਬਦਲ ਰਿਹਾ ਹੈ। ਇਸ ਤੋਂ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਹੈ ਅਤੇ ਇਸ ਵੇਵ ਨੂੰ ਵੀ ਅਸੀਂ ਪਾਰ ਕਰ ਲਵਾਂਗੇ। ਵੇਵ ਆਉਂਦੀ ਜਾਂਦੀ ਹੈ, ਵਾਇਰਸ ਆਉਂਦਾ ਜਾਂਦਾ ਰਹਿੰਦਾ ਹੈ। ਤਾਂ ਇਹੀ ਵੱਖ-ਵੱਖ ਲੱਛਣ ਨੇ ਅਤੇ ਮੈਡੀਕਲੀ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਇੱਕ 14 ਤੋਂ 21 ਦਿਨ ਦਾ ਇਹ ਕੋਵਿਡ ਟਾਈਮ ਟੇਬਲ ਹੈ। ਇਸ ਵਿੱਚ ਵੈਦ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਡਾਕਟਰ ਸ਼ਸ਼ਾਂਕ, ਮੇਰੇ ਲਈ ਵੀ ਤੁਸੀਂ ਜੋ ਐਨਾਲਿਸਿਸ ਦੱਸਿਆ, ਬੜਾ ਇੰਟਰਸਟਿੰਗ ਹੈ। ਮੈਨੂੰ ਕਈ ਚਿੱਠੀਆਂ ਮਿਲੀਆਂ ਨੇ ਜਿਸ ਵਿੱਚ ਟ੍ਰੀਟਮੈਂਟ ਦੇ ਬਾਰੇ ਲੋਕਾਂ ਦੀਆਂ ਬਹੁਤ ਸਾਰੀਆਂ ਸ਼ੰਕਾਵਾਂ ਨੇ। ਕੁਝ ਦਵਾਈਆਂ ਦੀ ਮੰਗ ਬਹੁਤ ਜ਼ਿਆਦਾ ਹੈ। ਇਸ ਲਈ ਮੈਂ ਚਾਹੁੰਦਾ ਕਿ ਕੋਵਿਡ ਦੇ ਟ੍ਰੀਟਮੈਂਟ ਦੇ ਬਾਰੇ ਵੀ ਤੁਸੀਂ ਲੋਕਾਂ ਨੂੰ ਜ਼ਰੂਰ ਦੱਸੋ। ਹਾਂ ਸਰ, ਕਲੀਨਿਕਲ ਟ੍ਰੀਟਮੈਂਟ ਲੋਕ ਬਹੁਤ ਦੇਰ ਨਾਲ ਸ਼ੁਰੂ ਕਰਦੇ ਨੇ ਅਤੇ ਆਪਣੇ ਆਪ ਹੀ ਬਿਮਾਰੀ ਖਤਮ ਹੋ ਜਾਏਗੀ, ਇਸੇ ਭਰੋਸੇ 'ਤੇ ਰਹਿੰਦੇ ਨੇ ਅਤੇ ਮੋਬਾਈਲ ਉੱਪਰ ਆਉਣ ਵਾਲੀਆਂ ਗੱਲਾਂ 'ਤੇ ਭਰੋਸਾ ਕਰਦੇ ਨੇ। ਅਤੇ ਜੇਕਰ ਸਰਕਾਰੀ ਸੂਚਨਾ ਦਾ ਪਾਲਣ ਕਰਨ ਤਾਂ ਇਹ ਕਠਿਨਾਈ ਸਾਹਮਣੇ ਨਹੀਂ ਆਉਂਦੀ। ਤਾਂ ਕੋਵਿਡ ਵਿੱਚ ਕਲੀਨਿਕ ਟ੍ਰੀਟਮੈਂਟ ਪ੍ਰੋਟੋਕੋਲ ਹੈ। ਇਹਦੇ ਵਿੱਚ 3 ਪ੍ਰਕਾਰ ਦੀ ਤੀਬਰਤਾ ਹੈ: ਹਲਕਾ ਜਾਂ ਮਾਈਲਡ ਕੋਵਿਡ, ਮੱਧਮ ਜਾਂ ਮੋਡਰੇਟ ਕੋਵਿਡ ਅਤੇ ਤੀਬਰ ਕੋਵਿਡ, ਜਿਸ ਨੂੰ ਸਵੀਅਰ ਕੋਵਿਡ ਕਹਿੰਦੇ ਨੇ।
ਇਹ ਪ੍ਰੋਟੋਕੋਲ ਇਸ ਲਈ ਹੀ ਹੈ। ਜੇ ਹਲਕਾ ਕੋਵਿਡ ਹੈ ਤਾਂ ਉਸ ਦੇ ਲਈ ਅਸੀਂ ਆਕਸੀਜਨ ਦੀ ਮੋਨੀਟਰਿੰਗ ਕਰਦੇ ਹਾਂ, ਪਲਸ ਦੀ ਮੋਨੀਟਰਿੰਗ ਕਰਦੇ ਹਾਂ, ਬੁਖਾਰ ਦੀ ਮੋਨੀਟਰਿੰਗ ਕਰਦੇ ਹਾਂ। ਬੁਖਾਰ ਵੱਧ ਜਾਂਦਾ ਹੈ ਤਾਂ ਕਦੇ-ਕਦੇ ਪੈਰਾਸੀਟਾਮੋਲ ਵਰਗੀ ਦਵਾਈ ਦੀ ਵਰਤੋਂ ਕਰਦੇ ਹਾਂ ਤੇ ਆਪਣੇ ਡਾਕਟਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ। ਜੇ ਮੋਡਰੇਟ ਕੋਵਿਡ ਹੁੰਦਾ ਹੈ, ਯਾਨੀ ਮੱਧਮ ਕੋਵਿਡ ਹੁੰਦਾ ਹੈ ਜਾਂ ਤੀਬਰ ਕੋਵਿਡ ਹੁੰਦਾ ਹੈ, ਤਾਂ ਵੈਦ ਦੇ ਨਾਲ, ਆਪਣੇ ਡਾਕਟਰ ਦੇ ਨਾਲ ਸੰਪਰਕ ਕਰਨਾ ਬਹੁਤ ਜ਼ਰੂਰੀ ਹੈ। ਸਹੀ ਤੇ ਸਸਤੀਆਂ ਦਵਾਈਆਂ ਅਵੇਲੇਬਲ ਨੇ। ਇਸ ਵਿੱਚ ਸਟੀਰੋਇਡਸ ਨੇ ਜੋ ਜਾਨ ਬਚਾ ਸਕਦੇ ਨੇ, ਜੋ ਇਨਹੇਲਰਸ ਦੇ ਸਕਦੇ ਨੇ। ਅਸੀਂ ਟੈਬਲੇਟ ਦੇ ਸਕਦੇ ਹਾਂ ਤੇ ਉਸ ਦੇ ਨਾਲ ਹੀ ਪ੍ਰਾਣ ਵਾਯੂ ਜੋ ਆਕਸੀਜਨ ਹੈ ਉਹ ਦੇਣੀ ਪੈਂਦੀ ਹੈ ਤੇ ਇਸ ਦੇ ਲਈ ਛੋਟੇ-ਛੋਟੇ ਇਲਾਜ ਨੇ। ਲੇਕਿਨ ਅਕਸਰ ਕੀ ਹੋ ਰਿਹਾ ਹੈ ਕਿ ਇੱਕ ਨਵੀਂ ਐਕਸਪੈਰੀਮੈਂਟਲ ਦਵਾਈ ਹੈ ਜਿਸ ਦਾ ਨਾਮ ਰੈਮਡੇਸਿਵਰ ਹੈ। ਇਸ ਦਵਾਈ ਨਾਲ ਇੱਕ ਚੀਜ਼ ਜ਼ਰੂਰ ਹੁੰਦੀ ਹੈ ਕਿ ਹਸਪਤਾਲ ਵਿੱਚ 2-3 ਦਿਨ ਘੱਟ ਰਹਿਣਾ ਪੈਂਦਾ ਹੈ ਤੇ ਕਲੀਨਿਕਲ ਰਿਕਵਰੀ ਵਿੱਚ ਥੋੜ੍ਹੀ ਜਿਹੀ ਉਸ ਦੀ ਏਡ ਹੁੰਦੀ ਹੈ। ਇਹ ਵੀ ਦਵਾਈ ਕਦੋਂ ਕੰਮ ਕਰਦੀ ਹੈ? ਜਦੋਂ ਪਹਿਲੇ 9-10 ਦਿਨਾਂ ਵਿੱਚ ਦਿੱਤੀ ਜਾਂਦੀ ਹੈ ਤਾਂ ਇਹ 5 ਦਿਨ ਹੀ ਦੇਣੀ ਪੈਂਦੀ ਹੈ। ਤੇ ਇਹ ਜੋ ਲੋਕ ਦੌੜ ਰਹੇ ਨੇ ਰੈਮਡੇਸਿਵਰ ਦੇ ਪਿੱਛੇ, ਇਹਨਾਂ ਨੂੰ ਬਿਲਕੁਲ ਨਹੀਂ ਦੌੜਨਾ ਚਾਹੀਦਾ। ਇਸ ਦਵਾਈ ਦਾ ਥੋੜ੍ਹਾ ਕੰਮ ਹੈ। ਜਿਨ੍ਹਾਂ ਨੂੰ ਆਕਸੀਜਨ ਲੱਗਦੀ ਹੈ, ਪ੍ਰਾਣ ਵਾਯੂ ਆਕਸੀਜਨ ਲੱਗਦੀ ਹੈ, ਜੋ ਹਸਪਤਾਲ ਵਿੱਚ ਭਰਤੀ ਹੁੰਦੇ ਨੇ ਤੇ ਡਾਕਟਰ ਜਦੋਂ ਦੱਸਦੇ ਨੇ ਤਾਂ ਹੀ ਲੈਣੀ ਚਾਹੀਦੀ ਹੈ। ਇਹ ਗੱਲ ਸਾਰੇ ਲੋਕਾਂ ਲਈ ਸਮਝਣਾ ਬਹੁਤ ਜ਼ਰੂਰੀ ਹੈ। ਅਸੀਂ ਪ੍ਰਾਣਾਯਾਮ ਕਰਾਂਗੇ, ਸਾਡੇ ਸਰੀਰ ਵਿੱਚ ਜੋ ਲੰਗਸ ਹਨ ਉਹਨਾਂ ਨੂੰ ਥੋੜ੍ਹਾ ਐਕਸਪੈਂਡ ਕਰਾਂਗੇ ਤੇ ਜੋ ਸਾਡਾ ਖੂਨ ਪਤਲਾ ਕਰਨ ਵਾਲਾ ਇੰਜੈਕਸ਼ਨ ਆਉਂਦਾ ਹੈ, ਜਿਸ ਨੂੰ ਅਸੀਂ ਹੈਪਰਿਨ ਕਹਿੰਦੇ ਹਾਂ, ਇਹ ਛੋਟੀਆਂ-ਛੋਟੀਆਂ ਦਵਾਈਆਂ ਦਿਆਂਗੇ ਤਾਂ 98% ਲੋਕ ਠੀਕ ਹੋ ਜਾਂਦੇ ਨੇ। ਤਾਂ ਪੋਜ਼ਿਟਿਵ ਰਹਿਣਾ ਬਹੁਤ ਜ਼ਰੂਰੀ ਹੈ। ਟ੍ਰੀਟਮੈਂਟ ਪ੍ਰੋਟੋਕੋਲ ਵੈਦ ਦੀ ਸਲਾਹ ਨਾਲ ਲੈਣਾ ਬਹੁਤ ਜ਼ਰੂਰੀ ਹੈ ਤੇ ਇਹ ਜੋ ਮਹਿੰਗੀਆਂ ਦਵਾਈਆਂ ਹਨ, ਇਹਨਾਂ ਦੇ ਪਿੱਛੇ ਦੌੜਨ ਦੀ ਕੋਈ ਲੋੜ ਨਹੀਂ ਹੈ। ਸਰ, ਆਪਣੇ ਕੋਲ ਚੰਗੇ ਇਲਾਜ ਹੋ ਰਹੇ ਨੇ। ਪ੍ਰਾਣ ਵਾਯੂ ਆਕਸੀਜਨ ਹੈ, ਵੈਂਟੀਲੇਟਰ ਦੀ ਵੀ ਸਹੂਲਤ ਹੈ, ਸਭ ਕੁਝ ਹੈ ਸਰ। ਤੇ ਕਦੇ-ਕਦੇ ਇਹ ਦਵਾਈ ਜੇਕਰ ਮਿਲ ਜਾਂਦੀ ਹੈ ਤਾਂ ਯੋਗ ਲੋਕਾਂ ਨੂੰ ਹੀ ਦੇਣੀ ਚਾਹੀਦੀ ਹੈ। ਇਸ ਦੇ ਲਈ ਬਹੁਤ ਭਰਮ ਫੈਲਿਆ ਹੋਇਆ ਹੈ। ਇਸ ਲਈ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਸਰ ਕਿ ਸਾਡੇ ਕੋਲ ਵਰਲਡ ਦੀ ਸਭ ਤੋਂ ਬੈਸਟ ਟ੍ਰੀਟਮੈਂਟ ਅਵੇਲੇਬਲ ਹੈ। ਤੁਸੀਂ ਵੇਖੋਗੇ ਕਿ ਭਾਰਤ ਵਿੱਚ ਸਭ ਤੋਂ ਚੰਗਾ ਰਿਕਵਰੀ ਰੇਟ ਹੈ। ਜੇਕਰ ਤੁਸੀਂ ਕੰਪੇਅਰ ਕਰੋਗੇ ਯੂਰਪ ਦੇ ਨਾਲ, ਅਮਰੀਕਾ ਨਾਲ, ਉੱਥੇ ਸਾਡੇ ਇੱਥੋਂ ਦੇ ਟ੍ਰੀਟਮੈਂਟ ਪ੍ਰੋਟੋਕੋਲ ਨਾਲ ਮਰੀਜ਼ ਠੀਕ ਹੋ ਰਹੇ ਨੇ। ਡਾਕਟਰ ਸ਼ਸ਼ਾਂਕ, ਤੁਹਾਡਾ ਬਹੁਤ-ਬਹੁਤ ਧੰਨਵਾਦ। ਡਾਕਟਰ ਸ਼ਸ਼ਾਂਕ ਨੇ ਸਾਨੂੰ ਜੋ ਜਾਣਕਾਰੀਆਂ ਦਿੱਤੀਆਂ ਨੇ ਉਹ ਬਹੁਤ ਜ਼ਰੂਰੀ ਨੇ ਤੇ ਸਾਡੇ ਸਾਰਿਆਂ ਦੇ ਕੰਮ ਆਉਣਗੀਆਂ। ਸਾਥੀਓ, ਮੈਂ ਤੁਹਾਨੂੰ ਸਾਰਿਆਂ ਨੂੰ ਅਨੁਰੋਧ ਕਰਦਾ, ਤੁਹਾਨੂੰ ਜੇਕਰ ਕੋਈ ਵੀ ਜਾਣਕਾਰੀ ਚਾਹੀਦੀ ਹੈ, ਕੋਈ ਹੋਰ ਸ਼ੰਕਾ ਹੋਵੇ ਤਾਂ ਸਹੀ ਸੋਰਸ ਤੋਂ ਹੀ ਜਾਣਕਾਰੀ ਲਵੋ। ਤੁਹਾਡੇ ਜੋ ਫੈਮਿਲੀ ਡਾਕਟਰ ਹੋਣ, ਆਲੇ-ਦੁਆਲੇ ਦੇ ਜੋ ਡਾਕਟਰਸ ਹੋਣ, ਤੁਸੀਂ ਉਹਨਾਂ ਨਾਲ ਫੋਨ ਤੇ ਸੰਪਰਕ ਕਰਕੇ ਸਲਾਹ ਲਓ। ਮੈਂ ਵੇਖ ਰਿਹਾ ਕਿ ਸਾਡੇ ਬਹੁਤ ਸਾਰੇ ਡਾਕਟਰ ਖੁਦ ਵੀ ਇਹ ਜ਼ਿੰਮੇਵਾਰੀ ਉਠਾ ਰਹੇ ਨੇ। ਕਈ ਡਾਕਟਰ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਲੋਕਾਂ ਨੂੰ ਜਾਣਕਾਰੀ ਦੇ ਰਹੇ ਨੇ, ਫੋਨ ਤੇ, WhatsApp ਤੇ ਵੀ ਕਾਉਂਸਲਿੰਗ ਕਰ ਰਹੇ ਨੇ। ਕਈ ਹਸਪਤਾਲਾਂ ਦੀਆਂ ਵੈੱਬਸਾਈਟਾਂ ਨੇ ਜਿੱਥੇ ਜਾਣਕਾਰੀ ਵੀ ਉਪਲਬਧ ਹੈ ਤੇ ਉੱਥੇ ਤੁਸੀਂ ਡਾਕਟਰਾਂ ਤੋਂ ਸਲਾਹ ਵੀ ਲੈ ਸਕਦੇ ਹੋ। ਇਹ ਬਹੁਤ ਸ਼ਲਾਘਾਯੋਗ ਹੈ। ਮੇਰੇ ਨਾਲ ਸ਼੍ਰੀਨਗਰ ਤੋਂ ਡਾਕਟਰ ਨਾਵੀਦ ਨਜ਼ੀਰ ਸ਼ਾਹ ਜੁੜ ਰਹੇ ਨੇ। ਡਾਕਟਰ ਨਾਵੀਦ ਸ਼੍ਰੀਨਗਰ ਦੇ ਇੱਕ ਗਵਰਨਮੈਂਟ ਮੈਡੀਕਲ ਕਾਲਜ ਵਿੱਚ ਪ੍ਰੋਫੈਸਰ ਨੇ। ਨਾਵੀਦ ਜੀ ਆਪਣੀ ਦੇਖਰੇਖ ਵਿੱਚ ਅਨੇਕਾਂ ਕੋਰੋਨਾ ਪੇਸ਼ੈਂਟਸ ਨੂੰ ਠੀਕ ਕਰ ਚੁੱਕੇ ਨੇ ਤੇ ਰਮਜ਼ਾਨ ਦੇ ਇਸ ਪਵਿੱਤਰ ਮਹੀਨੇ ਵਿੱਚ ਡਾਕਟਰ ਨਾਵੀਦ ਆਪਣਾ ਕੰਮ ਵੀ ਨਿਭਾ ਰਹੇ ਨੇ ਤੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਲਈ ਸਮਾਂ ਵੀ ਕੱਢਿਆ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਨਾਵੀਦ ਜੀ, ਨਮਸਕਾਰ। ਨਮਸਕਾਰ ਸਰ। ਡਾਕਟਰ ਨਾਵੀਦ, ਮਨ ਕੀ ਬਾਤ ਦੇ ਸਾਡੇ ਸਰੋਤਿਆਂ ਨੇ ਇਸ ਮੁਸ਼ਕਿਲ ਸਮੇਂ ਵਿੱਚ ਪੈਨਿਕ ਮੈਨੇਜਮੈਂਟ ਦਾ ਸਵਾਲ ਉਠਾਇਆ ਹੈ। ਤੁਸੀਂ ਆਪਣੇ ਤਜਰਬੇ ਤੋਂ ਉਹਨਾਂ ਨੂੰ ਕੀ ਜਵਾਬ ਦਿਓਗੇ? ਵੇਖੋ, ਜਦੋਂ ਕਰੋਨਾ ਸ਼ੁਰੂ ਹੋਇਆ ਤਾਂ ਕਸ਼ਮੀਰ ਵਿੱਚ ਜੋ ਸਭ ਤੋਂ ਪਹਿਲਾ ਹਸਪੀਟਲ ਡੈਜ਼ਿਗਨੇਟ ਹੋਇਆ ਐਜ਼ ਕੋਵਿਡ ਹਸਪੀਟਲ, ਉਹ ਸਾਡਾ ਸਿਟੀ ਹਸਪੀਟਲ ਸੀ ਜੋ ਮੈਡੀਕਲ ਕਾਲਜ ਦੇ ਅੰਡਰ ਆਉਂਦਾ। ਤਾਂ ਉਸ ਸਮੇਂ ਇੱਕ ਖੌਫ ਦਾ ਮਾਹੌਲ ਸੀ। ਲੋਕਾਂ ਵਿੱਚ ਤਾਂ ਸੀ ਹੀ। ਉਹ ਸਮਝਦੇ ਸੀ ਸ਼ਾਇਦ ਕੋਵਿਡ ਦਾ ਇਨਫੈਕਸ਼ਨ ਜੇਕਰ ਕਿਸੇ ਨੂੰ ਹੋ ਜਾਂਦਾ ਤਾਂ ਡੈਥ ਸੈਂਟੈਂਸ ਮੰਨਿਆ ਜਾਏਗਾ। ਅਤੇ ਅਜਿਹੇ ਵਿੱਚ ਸਾਡੇ ਹਸਪਤਾਲ ਵਿੱਚ ਡਾਕਟਰ ਸਾਹਿਬਾਨ ਜਾਂ ਪੈਰਾਮੈਡੀਕਲ ਸਟਾਫ ਕੰਮ ਕਰਦੇ ਸੀ।
ਉਹਨਾਂ ਵਿੱਚ ਵੀ ਇੱਕ ਖੌਫ ਦਾ ਮਾਹੌਲ ਸੀ ਕਿ ਅਸੀਂ ਇਹਨਾਂ ਪੇਸ਼ੈਂਟਸ ਨੂੰ ਕਿਵੇਂ ਫੇਸ ਕਰਾਂਗੇ, ਸਾਨੂੰ ਇਨਫੈਕਸ਼ਨ ਹੋਣ ਦਾ ਖਤਰਾ ਤਾਂ ਨਹੀਂ ਹੈ। ਲੇਕਿਨ ਜੋ ਸਮਾਂ ਗੁਜ਼ਰਿਆ, ਅਸੀਂ ਵੀ ਵੇਖਿਆ ਕਿ ਜੇਕਰ ਪੂਰੇ ਤਰੀਕੇ ਨਾਲ ਅਸੀਂ ਜੋ ਪ੍ਰੋਟੈਕਟਿਵ ਗੀਅਰ ਪਹਿਨ ਕੇ ਇਹਤਿਆਤੀ ਤਦਬੀਰ ਜੋ ਹੈ ਉਹਨਾਂ 'ਤੇ ਅਮਲ ਕਰੀਏ ਤਾਂ ਅਸੀਂ ਵੀ ਸੇਫ ਰਹਿ ਸਕਦੇ ਹਾਂ ਅਤੇ ਸਾਡਾ ਜੋ ਬਾਕੀ ਸਟਾਫ ਹੈ ਉਹ ਵੀ ਸੇਫ ਰਹਿ ਸਕਦਾ। ਅਤੇ ਅੱਗੇ ਅੱਗੇ ਅਸੀਂ ਵੇਖਦੇ ਗਏ ਮਰੀਜ਼ ਜਾਂ ਕੁਝ ਲੋਕ ਬਿਮਾਰ ਸਨ ਜੋ ਏਸਿਮਟੋਮੈਟਿਕ, ਜਿਨ੍ਹਾਂ ਵਿੱਚ ਬਿਮਾਰੀ ਦੇ ਕੋਈ ਲੱਛਣ ਨਹੀਂ ਸਨ। ਅਸੀਂ ਵੇਖਿਆ ਤਕਰੀਬਨ 90-95% ਤੋਂ ਜ਼ਿਆਦਾ ਜੋ ਮਰੀਜ਼ ਨੇ ਉਹ ਵਿਦਆਊਟ ਇਨ ਮੈਡੀਕੇਸ਼ਨ ਵੀ ਠੀਕ ਹੋ ਜਾਂਦੇ ਨੇ। ਤਾਂ ਵਕਤ ਜਿਵੇਂ ਗੁਜ਼ਰਦਾ ਗਿਆ, ਲੋਕਾਂ ਵਿੱਚ ਕਰੋਨਾ ਦਾ ਇੱਕ ਡਰ ਸੀ ਉਹ ਬਹੁਤ ਘੱਟ ਹੋ ਗਿਆ। ਅੱਜ ਦੀ ਗੱਲ, ਇਹ ਜੋ ਸੈਕਿੰਡ ਵੇਵ ਇਸ ਵੇਲੇ ਆਈ ਹੈ, ਇਸ ਕਰੋਨਾ ਵਿੱਚ ਇਸ ਸਮੇਂ ਵੀ ਸਾਨੂੰ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ। ਇਸ ਮੌਕੇ 'ਤੇ ਵੀ ਜੋ ਪ੍ਰੋਟੈਕਟਿਵ ਮੈਜਰਸ ਨੇ, ਜੋ SOPs ਨੇ, ਅਸੀਂ ਉਹਨਾਂ 'ਤੇ ਜੇਕਰ ਅਮਲ ਕਰਾਂਗੇ, ਜਿਵੇਂ ਮਾਸਕ ਪਹਿਨਣਾ, ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰਨਾ, ਉਸ ਤੋਂ ਇਲਾਵਾ ਫਿਜ਼ੀਕਲ ਡਿਸਟੈਂਸ ਮੇਨਟੇਨ ਕਰਨਾ ਜਾਂ ਸੋਸ਼ਲ ਗੈਦਰਿੰਗ ਅਵੋਇਡ ਕਰੀਏ, ਤਾਂ ਅਸੀਂ ਆਪਣਾ ਰੋਜ਼ਮर्रा ਦਾ ਕੰਮ ਵੀ ਬਾਖੂਬੀ ਨਿਭਾ ਸਕਦੇ ਹਾਂ ਅਤੇ ਇਸ ਬਿਮਾਰੀ ਤੋਂ ਪ੍ਰੋਟੈਕਸ਼ਨ ਵੀ ਪਾ ਸਕਦੇ ਹਾਂ। ਡਾਕਟਰ ਨਾਵੀਦ, ਵੈਕਸੀਨ ਨੂੰ ਲੈ ਕੇ ਵੀ ਲੋਕਾਂ ਦੇ ਕਈ ਸਾਰੇ ਸਵਾਲ ਨੇ, ਜਿਵੇਂ ਕਿ ਵੈਕਸੀਨ ਨਾਲ ਕਿੰਨੀ ਸੁਰੱਖਿਆ ਮਿਲੇਗੀ, ਵੈਕਸੀਨ ਤੋਂ ਬਾਅਦ ਕਿੰਨਾ ਨਿਸ਼ਚਿੰਤ ਰਹਿ ਸਕਦੇ ਹਾਂ। ਤੁਸੀਂ ਇਸ ਬਾਰੇ ਕੁਝ ਦੱਸੋ, ਸਰੋਤਿਆਂ ਨੂੰ ਇਸ ਨਾਲ ਬਹੁਤ ਲਾਭ ਹੋਏਗਾ। ਜਦੋਂ ਤੋਂ ਕਰੋਨਾ ਦਾ ਇਨਫੈਕਸ਼ਨ ਸਾਹਮਣੇ ਆਇਆ, ਉਦੋਂ ਤੋਂ ਅੱਜ ਤੱਕ ਸਾਡੇ ਕੋਲ ਕੋਵਿਡ-19 ਦੇ ਲਈ ਕੋਈ ਇਫੈਕਟਿਵ ਟਰੀਟਮੈਂਟ ਅਵੇਲੇਬਲ ਨਹੀਂ ਹੈ। ਤਾਂ ਅਸੀਂ ਇਸ ਬਿਮਾਰੀ ਨਾਲ ਮੁਕਾਬਲਾ ਦੋ ਹੀ ਚੀਜ਼ਾਂ ਨਾਲ ਕਰ ਸਕਦੇ ਹਾਂ। ਇੱਕ ਤਾਂ ਪ੍ਰੋਟੈਕਟਿਵ ਮੈਜਰਸ, ਅਤੇ ਅਸੀਂ ਪਹਿਲਾਂ ਤੋਂ ਹੀ ਕਹਿ ਰਹੇ ਸੀ ਕਿ ਜੇਕਰ ਕੋਈ ਇਫੈਕਟਿਵ ਵੈਕਸੀਨ ਸਾਡੇ ਕੋਲ ਆਈ ਤਾਂ ਸਾਨੂੰ ਇਸ ਬਿਮਾਰੀ ਤੋਂ ਛੁਟਕਾਰਾ ਦਿਵਾ ਸਕਦੀ ਹੈ। ਸਾਡੇ ਮੁਲਕ ਵਿੱਚ ਤਾਂ 2 ਵੈਕਸੀਨ ਇਸ ਵੇਲੇ ਅਵੇਲੇਬਲ ਨੇ, ਕੋਵੈਕਸੀਨ ਐਂਡ ਕੋਵੀਸ਼ੀਲਡ ਨੇ, ਜੋ ਇੱਥੋਂ ਦਾ ਹੀ ਬਣਿਆ ਹੋਇਆ ਵੈਕਸੀਨ ਹੈ। ਅਤੇ ਕੰਪਨੀਜ਼ ਨੇ ਵੀ ਜੋ ਆਪਣੀ ਟਰਾਇਲਸ ਕੀਤੀ ਹੈ, ਉਸ ਵਿੱਚ ਵੇਖਿਆ ਗਿਆ ਕਿ ਇਸ ਦੀ ਐਫੀਕੇਸੀ ਜੋ ਹੈ ਉਹ 60% ਤੋਂ ਜ਼ਿਆਦਾ ਹੈ। ਜੇਕਰ ਅਸੀਂ ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ UT ਵਿੱਚ ਅਜੇ ਤੱਕ 15 ਤੋਂ 16 ਲੱਖ ਤੱਕ ਲੋਕਾਂ ਨੇ ਇਹ ਵੈਕਸੀਨ ਲਗਵਾਈ ਹੈ। ਹਾਂ, ਸੋਸ਼ਲ ਮੀਡੀਆ ਵਿੱਚ ਕਾਫੀ ਇਸ ਦੇ ਜੋ ਮਿਸਕਨਸੈਪਸ਼ਨਸ ਜਾਂ ਮਿਥਸ ਨੇ, ਇਸ ਵਿੱਚ ਆਇਆ ਸੀ ਕਿ ਇਹ ਸਾਈਡ ਇਫੈਕਟਸ ਨੇ। ਅਜੇ ਤੱਕ ਸਾਡੇ ਇੱਥੇ ਜੋ ਵੀ ਵੈਕਸੀਨ ਲੱਗੇ ਨੇ, ਕੋਈ ਸਾਈਡ ਇਫੈਕਟ ਉਹਨਾਂ ਵਿੱਚ ਨਹੀਂ ਪਾਇਆ ਗਿਆ। ਫਿਰ ਜੋ ਆਮ ਹਰ ਕਿਸੇ ਵੈਕਸੀਨ ਦੇ ਨਾਲ ਐਸੋਸੀਏਟਡ ਹੁੰਦਾ, ਕਿਸੇ ਨੂੰ ਬੁਖਾਰ ਹੋਣਾ, ਉਸ ਦੇ ਸਰੀਰ ਵਿੱਚ ਦਰਦ ਜਾਂ ਲੋਕਲ ਸਾਈਟ ਜਿੱਥੇ ਇੰਜੈਕਸ਼ਨ ਲੱਗਦਾ ਉੱਥੇ ਪੇਨ ਹੋਣਾ, ਅਜਿਹੇ ਹੀ ਸਾਈਡ ਇਫੈਕਟਸ ਅਸੀਂ ਹਰ ਮਰੀਜ਼ ਵਿੱਚ ਵੇਖੇ ਨੇ, ਜੋ ਕੋਈ ਗ੍ਰੌਸ ਅਸੀਂ ਕੋਈ ਐਡਵਰਸ ਇਫੈਕਟ ਨਹੀਂ ਵੇਖਿਆ। ਦੂਸਰੀ ਗੱਲ, ਲੋਕਾਂ ਵਿੱਚ ਇਹ ਵੀ ਸ਼ੱਕ ਸੀ ਕਿ ਕੁਝ ਲੋਕ ਆਫਟਰ ਵੈਕਸੀਨੇਸ਼ਨ ਯਾਨੀ ਵੈਕਸੀਨ ਟੀਕਾਕਰਨ ਦੇ ਬਾਅਦ ਪੋਜ਼ੀਟਿਵ ਹੋ ਗਏ। ਇਸ ਵਿੱਚ ਕੰਪਨੀਜ਼ ਤੋਂ ਹੀ ਗਾਈਡਲਾਈਨਸ ਨੇ ਕਿ ਜੇਕਰ ਕਿਸੇ ਨੂੰ ਟੀਕਾ ਲੱਗਿਆ, ਉਸ ਤੋਂ ਬਾਅਦ ਉਸ ਵਿੱਚ ਇਨਫੈਕਸ਼ਨ ਹੋ ਸਕਦਾ, ਉਹ ਪੋਜ਼ੀਟਿਵ ਹੋ ਸਕਦਾ, ਲੇਕਿਨ ਜੋ ਬਿਮਾਰੀ ਦੀ ਸਵੈਰਿਟੀ ਹੈ ਯਾਨੀ ਬਿਮਾਰੀ ਦੀ ਸ਼ਿੱਦਤ ਜੋ ਹੈ, ਉਹਨਾਂ ਮਰੀਜ਼ਾਂ ਵਿੱਚ ਓਨੀ ਨਹੀਂ ਹੋਏਗੀ। ਯਾਨੀ ਕਿ ਉਹ ਪੋਜ਼ੀਟਿਵ ਹੋ ਸਕਦੇ ਨੇ, ਪਰ ਜੋ ਬਿਮਾਰੀ ਹੈ ਉਹ ਇੱਕ ਜਾਨਲੇਵਾ ਬਿਮਾਰੀ ਉਹਨਾਂ ਵਿੱਚ ਸਾਬਿਤ ਨਹੀਂ ਹੋ ਸਕਦੀ। ਇਸ ਲਈ ਜੋ ਵੀ ਇਹ ਮਿਸਕਨਸੈਪਸ਼ਨ ਹੈ ਵੈਕਸੀਨ ਦੇ ਬਾਰੇ, ਉਹ ਸਾਨੂੰ ਆਪਣੇ ਦਿਮਾਗ 'ਚੋਂ ਕੱਢ ਦੇਣੀ ਚਾਹੀਦੀ ਹੈ। ਅਤੇ ਜਿਸ ਦੀ ਵਾਰੀ ਆਈ, ਕਿਉਂਕਿ 1 ਮਈ ਤੋਂ ਸਾਡੇ ਪੂਰੇ ਦੇਸ਼ ਵਿੱਚ ਜੋ ਵੀ 18 ਸਾਲ ਤੋਂ ਜ਼ਿਆਦਾ ਉਮਰ ਦੇ ਨੇ, ਉਹਨਾਂ ਨੂੰ ਵੈਕਸੀਨ ਲਗਾਉਣ ਦਾ ਪ੍ਰੋਗਰਾਮ ਸ਼ੁਰੂ ਹੋਏਗਾ। ਲੋਕਾਂ ਨੂੰ ਅਪੀਲ ਇਹੀ ਕਰਾਂਗੇ, ਤੁਸੀਂ ਆਓ, ਵੈਕਸੀਨ ਲਗਵਾਓ, ਆਪਣੇ ਆਪ ਨੂੰ ਵੀ ਪ੍ਰੋਟੈਕਟ ਕਰੋ ਅਤੇ ਓਵਰਆਲ ਸਾਡੀ ਸੋਸਾਇਟੀ ਅਤੇ ਸਾਡੀ ਕਮਿਊਨਿਟੀ ਇਸ ਨਾਲ ਪ੍ਰੋਟੈਕਟ ਹੋ ਜਾਏਗੀ ਕੋਵਿਡ-19 ਦੇ ਇਨਫੈਕਸ਼ਨ ਤੋਂ। ਡਾਕਟਰ ਨਾਵੀਦ, ਤੁਹਾਡਾ ਬਹੁਤ-ਬਹੁਤ ਧੰਨਵਾਦ ਅਤੇ ਤੁਹਾਨੂੰ ਰਮਜ਼ਾਨ ਦੇ ਪਵਿੱਤਰ ਮਹੀਨੇ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਬਹੁਤ-ਬਹੁਤ ਸ਼ੁਕਰੀਆ। ਸਾਥੀਓ, ਕਰੋਨਾ ਦੇ ਇਸ ਸੰਕਟ ਕਾਲ ਵਿੱਚ ਵੈਕਸੀਨ ਦੀ ਅਹਿਮੀਅਤ ਸਾਰਿਆਂ ਨੂੰ ਪਤਾ ਲੱਗ ਰਹੀ ਹੈ। ਇਸ ਲਈ ਮੇਰੀ ਤਾਕੀਦ ਹੈ ਕਿ ਵੈਕਸੀਨ ਨੂੰ ਲੈ ਕੇ ਕਿਸੇ ਵੀ ਅਫਵਾਹ ਵਿੱਚ ਨਾ ਆਓ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ ਕਿ ਭਾਰਤ ਸਰਕਾਰ ਵੱਲੋਂ ਸਾਰੀਆਂ ਰਾਜ ਸਰਕਾਰਾਂ ਨੂੰ ਫ੍ਰੀ ਵੈਕਸੀਨ ਭੇਜੀ ਗਈ ਹੈ, ਜਿਨ੍ਹਾਂ ਦਾ ਲਾਭ 45 ਸਾਲ ਤੋਂ ਜ਼ਿਆਦਾ ਉਮਰ ਦੇ ਉੱਪਰ ਦੇ ਲੋਕ ਵੀ ਲੈ ਸਕਦੇ ਨੇ।
ਹੁਣ ਤਾਂ 1 ਮਈ ਤੋਂ ਦੇਸ਼ ਵਿੱਚ 18 ਸਾਲ ਤੋਂ ਉੱਪਰ ਦੇ ਹਰ ਵਿਅਕਤੀ ਦੇ ਲਈ ਵੈਕਸੀਨ ਉਪਲਬਧ ਹੋਣ ਵਾਲੀ ਹੈ। ਹੁਣ ਦੇਸ਼ ਦਾ ਕਾਰਪੋਰੇਟ ਸੈਕਟਰ, ਕੰਪਨੀਆਂ ਵੀ ਆਪਣੇ ਕਰਮਚਾਰੀਆਂ ਨੂੰ ਵੈਕਸੀਨ ਲਾਉਣ ਦੀ ਮੁਹਿੰਮ ਵਿੱਚ ਵੀ ਭਾਗੀਦਾਰੀ ਨਿਭਾ ਸਕਣਗੀਆਂ। ਮੈਂ ਇਹ ਵੀ ਕਹਿਣਾ ਹੈ ਕਿ ਭਾਰਤ ਸਰਕਾਰ ਵੱਲੋਂ ਮੁਫਤ ਵੈਕਸੀਨ ਦਾ ਜੋ ਪ੍ਰੋਗਰਾਮ ਚੱਲ ਰਿਹਾ ਹੈ, ਉਹ ਅੱਗੇ ਵੀ ਚੱਲਦਾ ਰਹੇਗਾ। ਮੇਰਾ ਰਾਜਾਂ ਨੂੰ ਵੀ ਅਨੁਰੋਧ ਹੈ ਕਿ ਉਹ ਭਾਰਤ ਸਰਕਾਰ ਦੀ ਇਸ ਮੁਫਤ ਵੈਕਸੀਨ ਮੁਹਿੰਮ ਦਾ ਲਾਭ ਆਪਣੇ ਰਾਜ ਦੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ। ਸਾਥੀਓ, ਅਸੀਂ ਸਾਰੇ ਜਾਣਦੇ ਹਾਂ ਕਿ ਬਿਮਾਰੀ ਵਿੱਚ ਸਾਡੇ ਲਈ ਆਪਣੇ ਪਰਿਵਾਰ ਦੀ ਦੇਖਭਾਲ ਕਰਨਾ ਮਾਨਸਿਕ ਤੌਰ 'ਤੇ ਕਿੰਨਾ ਮੁਸ਼ਕਿਲ ਹੁੰਦਾ ਹੈ, ਪਰ ਸਾਡੇ ਹਸਪਤਾਲ ਦੇ ਨਰਸਿੰਗ ਸਟਾਫ ਨੂੰ ਤਾਂ ਇਹੀ ਕੰਮ ਲਗਾਤਾਰ ਕਿੰਨੇ ਹੀ ਮਰੀਜ਼ਾਂ ਲਈ ਇਕੱਠੇ ਕਰਨਾ ਪੈਂਦਾ ਹੈ। ਇਹ ਸੇਵਾ ਭਾਵ ਸਾਡੇ ਸਮਾਜ ਦੀ ਬਹੁਤ ਵੱਡੀ ਤਾਕਤ ਹੈ। ਨਰਸਿੰਗ ਸਟਾਫ ਵੱਲੋਂ ਕੀਤੀ ਜਾ ਰਹੀ ਸੇਵਾ ਤੇ ਮਿਹਨਤ ਦੇ ਬਾਰੇ ਸਭ ਤੋਂ ਚੰਗੀ ਤਰ੍ਹਾਂ ਤਾਂ ਕੋਈ ਨਰਸ ਹੀ ਦੱਸ ਸਕਦੀ ਹੈ। ਇਸ ਲਈ ਮੈਂ ਰਾਏਪੁਰ ਦੇ ਡਾਕਟਰ BR ਅੰਬੇਦਕਰ ਮੈਡੀਕਲ ਕਾਲਜ ਹਸਪਤਾਲ ਵਿੱਚ ਆਪਣੀਆਂ ਸੇਵਾਵਾਂ ਦੇ ਰਹੀ ਸਿਸਟਰ ਭਾਵਨਾ ਧਰੁਵ ਜੀ ਨੂੰ ਮਨ ਕੀ ਬਾਤ ਵਿੱਚ ਸੱਦਾ ਦਿੱਤਾ ਹੈ। ਉਹ ਅਨੇਕਾਂ ਕੋਰੋਨਾ ਮਰੀਜ਼ਾਂ ਦੀ ਦੇਖਭਾਲ ਕਰ ਰਹੀ ਹੈ। ਆਓ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਨਮਸਕਾਰ ਭਾਵਨਾ ਜੀ। ਸਤਿਕਾਰਯੋਗ ਪ੍ਰਧਾਨ ਮੰਤਰੀ ਜੀ, ਨਮਸਕਾਰ। ਭਾਵਨਾ ਜੀ, ਯੈਸ ਸਰ। ਮਨ ਕੀ ਬਾਤ ਸੁਣਨ ਵਾਲਿਆਂ ਨੂੰ ਤੁਸੀਂ ਜ਼ਰੂਰ ਇਹ ਦੱਸੋ ਕਿ ਤੁਹਾਡੇ ਪਰਿਵਾਰ ਵਿੱਚ ਇੰਨੀਆਂ ਸਾਰੀਆਂ ਜ਼ਿੰਮੇਵਾਰੀਆਂ, ਇੰਨੇ ਸਾਰੇ ਮਲਟੀਟਾਸਕ, ਅਤੇ ਉਸ ਤੋਂ ਬਾਅਦ ਵੀ ਤੁਸੀਂ ਕੋਰੋਨਾ ਦੇ ਮਰੀਜ਼ਾਂ ਨਾਲ ਕੰਮ ਕਰ ਰਹੇ ਹੋ। ਕੋਰੋਨਾ ਦੇ ਮਰੀਜ਼ਾਂ ਨਾਲ ਤੁਹਾਡਾ ਜੋ ਅਨੁਭਵ ਰਿਹਾ, ਉਹ ਜ਼ਰੂਰ ਦੇਸ਼ਵਾਸੀ ਸੁਣਨਾ ਚਾਹੁਣਗੇ, ਕਿਉਂਕਿ ਸਿਸਟਰ ਜੋ ਹੁੰਦੀ ਹੈ, ਨਰਸਿਸ ਜੋ ਹੁੰਦੀਆਂ ਨੇ, ਪੇਸ਼ੈਂਟ ਦੇ ਸਭ ਤੋਂ ਨੇੜੇ ਹੁੰਦੀਆਂ ਨੇ ਅਤੇ ਸਭ ਤੋਂ ਲੰਮੇ ਸਮੇਂ ਤੱਕ ਹੁੰਦੀਆਂ ਨੇ, ਤਾਂ ਉਹ ਹਰ ਚੀਜ਼ ਨੂੰ ਬੜੀ ਬਰੀਕੀ ਨਾਲ ਸਮਝ ਸਕਦੀਆਂ ਨੇ। ਜੀ ਦੱਸੋ। ਜੀ ਸਰ, ਮੇਰਾ ਟੋਟਲ ਐਕਸਪੀਰੀਅੰਸ ਕੋਵਿਡ ਵਿੱਚ ਸਰ 2 ਮੰਥ ਦਾ ਹੈ ਸਰ। ਅਸੀਂ 14 ਡੇਜ਼ ਡਿਊਟੀ ਕਰਦੇ ਹਾਂ ਅਤੇ 14 ਡੇਜ਼ ਦੇ ਬਾਅਦ ਸਾਨੂੰ ਰੈਸਟ ਦਿੱਤਾ ਜਾਂਦਾ ਹੈ। ਫਿਰ 2 ਮਹੀਨੇ ਬਾਅਦ ਸਾਡੀਆਂ ਇਹ ਕੋਵਿਡ ਡਿਊਟੀਜ਼ ਰਿਪੀਟ ਹੁੰਦੀਆਂ ਹਨ ਸਰ। ਜਦੋਂ ਸਭ ਤੋਂ ਪਹਿਲਾਂ ਮੇਰੀ ਕੋਵਿਡ ਡਿਊਟੀ ਲੱਗੀ ਤਾਂ ਸਭ ਤੋਂ ਪਹਿਲਾਂ ਮੈਂ ਆਪਣੇ ਫੈਮਿਲੀ ਮੈਂਬਰਸ ਨਾਲ ਇਹ ਕੋਵਿਡ ਡਿਊਟੀ ਦੀ ਗੱਲ ਸ਼ੇਅਰ ਕੀਤੀ। ਇਹ ਮਈ ਦੀ ਗੱਲ ਹੈ ਅਤੇ ਮੈਂ ਜਿਉਂ ਹੀ ਸ਼ੇਅਰ ਕੀਤਾ, ਸਾਰੇ ਦੇ ਸਾਰੇ ਡਰ ਗਏ, ਘਬਰਾ ਗਏ। ਮੈਨੂੰ ਕਹਿਣ ਲੱਗੇ ਕਿ ਬੇਟਾ ਠੀਕ ਤਰ੍ਹਾਂ ਕੰਮ ਕਰਨਾ। ਇੱਕ ਇਮੋਸ਼ਨਲ ਸਿਚੁਏਸ਼ਨ ਸੀ ਸਰ। ਉਸ ਵੇਲੇ ਜਦੋਂ ਮੇਰੀ ਬੇਟੀ ਨੇ ਮੈਨੂੰ ਪੁੱਛਿਆ, ਮੰਮਾ ਤੁਸੀਂ ਕੋਵਿਡ ਡਿਊਟੀ ਜਾ ਰਹੇ ਹੋ, ਤਾਂ ਉਹ ਸਮਾਂ ਬਹੁਤ ਹੀ ਜ਼ਿਆਦਾ ਮੇਰੇ ਲਈ ਇਮੋਸ਼ਨਲ ਮੂਮੈਂਟ ਸੀ। ਲੇਕਿਨ ਜਦੋਂ ਮੈਂ ਕੋਵਿਡ ਪੇਸ਼ੈਂਟ ਦੇ ਕੋਲ ਗਈ ਤਾਂ ਮੈਂ ਇੱਕ ਜ਼ਿੰਮੇਵਾਰੀ ਘਰ ਵਿੱਚ ਛੱਡ ਗਈ ਅਤੇ ਜਦੋਂ ਮੈਂ ਕੋਵਿਡ ਪੇਸ਼ੈਂਟ ਨੂੰ ਮਿਲੀ ਸਰ, ਤਾਂ ਉਹ ਹੋਰ ਜ਼ਿਆਦਾ ਘਬਰਾਏ ਹੋਏ ਸਨ। ਕੋਵਿਡ ਦੇ ਨਾਂ ਤੋਂ ਸਾਰੇ ਪੇਸ਼ੈਂਟ ਇੰਨਾ ਡਰੇ ਹੋਏ ਸਨ ਸਰ ਕਿ ਉਹਨਾਂ ਨੂੰ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਉਹਨਾਂ ਦੇ ਨਾਲ ਕੀ ਹੋ ਰਿਹਾ ਹੈ, ਅਸੀਂ ਕੀ ਕਰਾਂਗੇ ਅੱਗੇ। ਅਸੀਂ ਉਹਨਾਂ ਦੇ ਡਰ ਨੂੰ ਦੂਰ ਕਰਨ ਦੇ ਲਈ ਉਹਨਾਂ ਨੂੰ ਬਹੁਤ ਚੰਗਾ ਹੈਲਦੀ ਇਨਵਾਇਰਨਮੈਂਟ ਦਿੱਤਾ ਸਰ। ਸਾਨੂੰ ਜਦੋਂ ਇਹ ਕੋਵਿਡ ਡਿਊਟੀ ਕਰਨ ਨੂੰ ਕਿਹਾ ਗਿਆ ਸਰ, ਤਾਂ ਸਭ ਤੋਂ ਪਹਿਲਾਂ ਸਾਨੂੰ PPE ਕਿੱਟ ਪਹਿਨਣ ਦੇ ਲਈ ਕਿਹਾ ਗਿਆ ਸਰ, ਜੋ ਕਿ ਬਹੁਤ ਹੀ ਮੁਸ਼ਕਿਲ ਹੈ PPE ਕਿੱਟ ਨੂੰ ਪਹਿਨ ਕੇ ਡਿਊਟੀ ਕਰਨਾ। ਸਰ ਇਹ ਬਹੁਤ ਹੀ ਟਫ ਸੀ ਸਾਡੇ ਲਈ। ਮੈਂ 2 ਮੰਥ ਦੀ ਡਿਊਟੀ ਵਿੱਚ ਹਰ ਜਗ੍ਹਾ 14-14 ਦਿਨ ਡਿਊਟੀ ਕੀਤੀ, ਵਾਰਡ ਵਿੱਚ, ICU ਵਿੱਚ, ਆਈਸੋਲੇਸ਼ਨ ਵਿੱਚ ਸਰ। ਯਾਨੀ ਕੁੱਲ ਮਿਲਾ ਕੇ ਤਾਂ ਤੁਸੀਂ 1 ਸਾਲ ਤੋਂ ਇਹੀ ਕੰਮ ਕਰ ਰਹੇ ਹੋ। ਯੈਸ ਸਰ। ਉੱਥੇ ਜਾਣ ਤੋਂ ਪਹਿਲਾਂ ਮੈਨੂੰ ਨਹੀਂ ਸੀ ਪਤਾ ਕਿ ਮੇਰੇ ਕੋਲੀਗਸ ਕੌਣ ਨੇ। ਅਸੀਂ ਇੱਕ ਟੀਮ ਮੈਂਬਰ ਦੇ ਵਾਂਗ ਕੰਮ ਕੀਤਾ ਸਰ। ਉਹਨਾਂ ਦੀਆਂ ਜੋ ਵੀ ਪ੍ਰੋਬਲਮ ਸਨ, ਉਹਨਾਂ ਨੂੰ ਸ਼ੇਅਰ ਕੀਤਾ। ਅਸੀਂ ਪੇਸ਼ੈਂਟ ਦੇ ਬਾਰੇ ਵਿੱਚ ਜਾਣਿਆ ਅਤੇ ਉਹਨਾਂ ਦਾ ਸਟਿਗਮਾ ਦੂਰ ਕੀਤਾ ਸਰ। ਕਈ ਲੋਕ ਅਜਿਹੇ ਸਨ ਸਰ ਕਿ ਉਹ ਕੋਵਿਡ ਦੇ ਨਾਮ ਤੋਂ ਹੀ ਡਰਦੇ ਸਨ। ਉਹ ਸਾਰੇ ਸਿੰਪਟਮਸ ਉਹਨਾਂ ਵਿੱਚ ਆਉਂਦੇ ਸਨ ਜਦੋਂ ਅਸੀਂ ਹਿਸਟਰੀ ਲੈਂਦੇ ਸੀ ਉਹਨਾਂ ਦੀ, ਲੇਕਿਨ ਉਹ ਡਰ ਦੇ ਕਾਰਨ ਆਪਣਾ ਟੈਸਟ ਨਹੀਂ ਕਰਵਾ ਪਾਉਂਦੇ ਸੀ। ਤਾਂ ਅਸੀਂ ਉਹਨਾਂ ਨੂੰ ਸਮਝਾਉਂਦੇ ਸੀ ਅਤੇ ਸਰ ਜਦੋਂ ਸਿਵਰਟੀ ਵੱਧ ਜਾਂਦੀ ਸੀ ਤਾਂ ਉਹਨਾਂ ਦੇ ਲੰਗਸ ਆਲਰੇਡੀ ਇਨਫੈਕਟਡ ਹੋ ਚੁੱਕੇ ਹੁੰਦੇ ਸੀ, ਤਾਂ ਉਹਨਾਂ ਨੂੰ ICU ਦੀ ਲੋੜ ਪੈਂਦੀ ਸੀ। ਉਸ ਵੇਲੇ ਆਉਂਦੇ ਸਨ ਸਰ ਅਤੇ ਨਾਲ ਹੀ ਉਹਨਾਂ ਦੀ ਪੂਰੀ ਫੈਮਿਲੀ ਆਉਂਦੀ ਸੀ। ਤਾਂ ਐਸੇ 1-2 ਕੇਸ ਅਸੀਂ ਵੇਖੇ ਸਰ। ਅਸੀਂ ਹਰ ਇੱਕ ਏਜ ਗਰੁੱਪ ਦੇ ਨਾਲ ਕੰਮ ਕੀਤਾ, ਜਿਨ੍ਹਾਂ ਵਿੱਚ ਛੋਟੇ ਬੱਚੇ ਸੀ, ਮਹਿਲਾ, ਪੁਰਸ਼, ਬਜ਼ੁਰਗ, ਸਾਰੇ ਤਰ੍ਹਾਂ ਦੇ ਪੇਸ਼ੈਂਟ ਸਨ ਸਰ। ਉਹਨਾਂ ਸਾਰਿਆਂ ਨਾਲ ਅਸੀਂ ਗੱਲਬਾਤ ਕੀਤੀ ਤਾਂ ਸਾਰਿਆਂ ਨੇ ਕਿਹਾ ਕਿ ਅਸੀਂ ਡਰ ਦੀ ਵਜ੍ਹਾ ਨਾਲ ਨਹੀਂ ਆ ਸਕੇ। ਸਭ ਦਾ ਇਹੀ ਆਨਸਰ ਸਾਨੂੰ ਮਿਲਿਆ ਸਰ। ਤਾਂ ਅਸੀਂ ਉਹਨਾਂ ਨੂੰ ਸਮਝਾਇਆ ਸਰ ਕਿ ਡਰ ਕੁਝ ਨਹੀਂ ਹੁੰਦਾ, ਤੁਸੀਂ ਸਾਡਾ ਸਾਥ ਦਿਓ, ਅਸੀਂ ਤੁਹਾਡਾ ਸਾਥ ਦਿਆਂਗੇ।
ਬਸ ਤੁਸੀਂ ਜੋ ਵੀ ਪ੍ਰੋਟੋਕੋਲਸ ਨੇ ਉਹਨਾਂ ਨੂੰ ਫੋਲੋ ਕਰੋ। ਬਸ ਅਸੀਂ ਇੰਨਾ ਹੀ ਉਹਨਾਂ ਲਈ ਕਰ ਸਕੇ ਸਰ। ਭਾਵਨਾ ਜੀ, ਮੈਨੂੰ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਤੁਸੀਂ ਕਾਫੀ ਚੰਗੀਆਂ ਜਾਣਕਾਰੀਆਂ ਦਿੱਤੀਆਂ ਨੇ, ਆਪਣੇ ਖੁਦ ਦੇ ਤਜਰਬੇ ਨਾਲ ਦਿੱਤੀਆਂ ਨੇ, ਅਤੇ ਜ਼ਰੂਰ ਦੇਸ਼ ਵਾਸੀਆਂ ਨੂੰ ਇਸ ਨਾਲ ਇੱਕ ਪੋਜ਼ਿਟਿਵਿਟੀ ਦਾ ਮੈਸੇਜ ਜਾਏਗਾ। ਤੁਹਾਡਾ ਬਹੁਤ-ਬਹੁਤ ਧੰਨਵਾਦ ਭਾਵਨਾ ਜੀ। ਥੈਂਕ ਯੂ ਸੋ ਮਚ ਸਰ। ਥੈਂਕ ਯੂ ਸੋ ਮਚ। ਜੈ ਹਿੰਦ ਸਰ। ਜੈ ਹਿੰਦ। ਭਾਵਨਾ ਜੀ ਅਤੇ ਨਰਸਿੰਗ ਸਟਾਫ ਦੇ ਤੁਹਾਡੇ ਵਰਗੇ ਹਜ਼ਾਰਾਂ ਲੱਖਾਂ ਭਾਈ ਭੈਣ ਬਾਖੂਬੀ ਆਪਣਾ ਫਰਜ਼ ਨਿਭਾ ਰਹੇ ਨੇ। ਇਹ ਸਾਡੇ ਸਾਰਿਆਂ ਲਈ ਬਹੁਤ ਵੱਡੀ ਪ੍ਰੇਰਣਾ ਹੈ। ਤੁਸੀਂ ਆਪਣੀ ਸਿਹਤ 'ਤੇ ਵੀ ਖੂਬ ਧਿਆਨ ਦਿਓ, ਆਪਣੇ ਪਰਿਵਾਰ ਦਾ ਵੀ ਧਿਆਨ ਰੱਖੋ। ਸਾਥੀਓ, ਸਾਡੇ ਨਾਲ ਇਸ ਵੇਲੇ ਬੈਂਗਲੁਰੂ ਤੋਂ ਸਿਸਟਰ ਸੁਰੇਖਾ ਜੀ ਜੁੜੇ ਹੋਏ ਨੇ। ਸੁਰੇਖਾ ਜੀ ਕੇਸੀ ਜਨਰਲ ਹਸਪੀਟਲ ਵਿੱਚ ਸੀਨੀਅਰ ਨਰਸਿੰਗ ਆਫਿਸਰ ਨੇ। ਆਓ ਉਹਨਾਂ ਦੇ ਅਨੁਭਵ ਵੀ ਜਾਣਦੇ ਹਾਂ। ਨਮਸਤੇ ਸੁਰੇਖਾ ਜੀ। I'm really proud and honored, sir, to speak to Prime Minister of our country. Surekha ji, you along with all fellow nurses and hospital staff are doing excellent work. India is thankful to you all. What is your message for the citizens in this fight against COVID-19? Yes, sir. Being a responsible citizen, I would really like to tell something like please be humble to your neighbors. And early testing and proper tracking help us to reduce the mortality rate. And moreover, please, if you find any symptom, isolate yourself and consult nearby doctors and get treated as early as possible. So community need to know awareness about this disease. And be positive. Don't be panic and don't be stressed out. It worsens the condition of the patient. We are thankful to our government, proud to have vaccine also. And I'm already vaccinated. With my own experience, I wanted to tell the citizens of India, no vaccine provides 100% protection immediately. It takes time to build immunity. Please don't be scared to get vaccinated. Please vaccinate yourself. There is a minimal side effects. And I want to deliver the message like stay at home, stay healthy, avoid contact with the people who are sick, and avoid touching the nose, eyes, and mouth unnecessarily. Please practice physically distancing. Wear mask properly. Wash your hands regularly. And home remedies you can practice in the house. Please drink Ayurvedic kadha. Take steam inhalation and mouth gargling every day. And breathing exercise also you can do it. And one more thing, last and not the least, please have a sympathy towards frontline workers and professionals. We need your support and cooperation. We'll fight together. We'll get through with the pandemic. This is what my message to the people, sir. ਥੈਂਕ ਯੂ ਸੁਰੇਖਾ ਜੀ। ਸੁਰੇਖਾ ਜੀ, ਵਾਕਿਆ ਹੀ ਤੁਸੀਂ ਬਹੁਤ ਮੁਸ਼ਕਿਲ ਸਮੇਂ ਵਿੱਚ ਮੋਰਚਾ ਸੰਭਾਲਿਆ ਹੋਇਆ ਹੈ। ਤੁਸੀਂ ਆਪਣਾ ਧਿਆਨ ਰੱਖੋ। ਤੁਹਾਡੇ ਪਰਿਵਾਰ ਨੂੰ ਵੀ ਮੇਰੇ ਵੱਲੋਂ ਸ਼ੁਭਕਾਮਨਾਵਾਂ। ਮੈਂ ਦੇਸ਼ ਦੇ ਲੋਕਾਂ ਨੂੰ ਵੀ ਅਨੁਰੋਧ ਕਰਾਂਗਾ ਕਿ ਜਿਵੇਂ ਭਾਵਨਾ ਜੀ ਸੁਰੇਖਾ ਜੀ ਨੇ ਆਪਣੇ ਤਜਰਬੇ ਨਾਲ ਦੱਸਿਆ ਹੈ, ਕਰੋਨਾ ਨਾਲ ਲੜਨ ਦੇ ਲਈ ਪੋਜ਼ਿਟਿਵ ਸਪਿਰਿਟ ਬਹੁਤ ਜ਼ਰੂਰੀ ਹੈ ਅਤੇ ਦੇਸ਼ ਵਾਸੀਆਂ ਨੂੰ ਇਸ ਨੂੰ ਬਣਾਈ ਰੱਖਣਾ ਹੈ। ਸਾਥੀਓ, ਡਾਕਟਰਸ ਅਤੇ ਨਰਸਿੰਗ ਸਟਾਫ ਦੇ ਨਾਲ-ਨਾਲ ਇਸ ਸਮੇਂ ਲੈਬ ਟੈਕਨੀਸ਼ੀਅਨਜ਼ ਅਤੇ ਐਂਬੂਲੈਂਸ ਡਰਾਈਵਰਜ਼ ਵਰਗੇ ਫਰੰਟਲਾਈਨ ਵਰਕਰਜ਼ ਵੀ ਭਗਵਾਨ ਦੀ ਤਰ੍ਹਾਂ ਕੰਮ ਕਰ ਰਹੇ ਨੇ। ਜਦੋਂ ਕੋਈ ਐਂਬੂਲੈਂਸ ਕਿਸੇ ਮਰੀਜ਼ ਤੱਕ ਪਹੁੰਚਦੀ ਹੈ ਤਾਂ ਉਹਨਾਂ ਨੂੰ ਐਂਬੂਲੈਂਸ ਡਰਾਈਵਰ ਦੇਵਦੂਤ ਵਰਗਾ ਹੀ ਲੱਗਦਾ ਹੈ। ਇਹਨਾਂ ਸਾਰੀਆਂ ਸੇਵਾਵਾਂ ਦੇ ਬਾਰੇ, ਇਹਨਾਂ ਦੇ ਅਨੁਭਵ ਦੇ ਬਾਰੇ ਦੇਸ਼ ਨੂੰ ਜ਼ਰੂਰ ਜਾਣਨਾ ਚਾਹੀਦਾ ਹੈ। ਮੇਰੇ ਨਾਲ ਇਸ ਵੇਲੇ ਅਜਿਹੇ ਹੀ ਇੱਕ ਸੱਜਣ ਨੇ, ਸ਼੍ਰੀਮਾਨ ਪ੍ਰੇਮ ਵਰਮਾ ਜੀ, ਜੋ ਕਿ ਇੱਕ ਐਂਬੂਲੈਂਸ ਡਰਾਈਵਰ ਨੇ। ਜਿਵੇਂ ਕਿ ਇਹਨਾਂ ਦੇ ਨਾਂ ਤੋਂ ਹੀ ਪਤਾ ਲੱਗਦਾ ਹੈ, ਪ੍ਰੇਮ ਵਰਮਾ ਜੀ ਆਪਣੇ ਕੰਮ ਨੂੰ, ਆਪਣੇ ਫਰਜ਼ ਨੂੰ ਪੂਰੇ ਪ੍ਰੇਮ ਅਤੇ ਲਗਨ ਨਾਲ ਕਰਦੇ ਨੇ। ਆਓ ਉਹਨਾਂ ਨਾਲ ਗੱਲ ਕਰਦੇ ਹਾਂ। ਨਮਸਤੇ ਪ੍ਰੇਮ ਜੀ। ਨਮਸਤੇ ਸਰ ਜੀ। ਭਰਾ ਪ੍ਰੇਮ, ਹਾਂਜੀ ਸਰ। ਤੁਸੀਂ ਆਪਣੇ ਕੰਮ ਸੰਬੰਧੀ ਹਾਂਜੀ। ਜ਼ਰਾ ਵਿਸਤਾਰ ਨਾਲ ਦੱਸੋ, ਤੁਹਾਡਾ ਜੋ ਅਨੁਭਵ ਹੈ ਉਹ ਵੀ ਦੱਸੋ। ਮੈਂ ਕੈਟਸ ਐਂਬੂਲੈਂਸ 'ਚ ਡਰਾਈਵਰ ਦੀ ਪੋਸਟ 'ਤੇ ਹਾਂ ਜੀ, ਅਤੇ ਜਿਉਂ ਹੀ ਕੰਟਰੋਲ ਸਾਨੂੰ ਇੱਕ ਟੈਬ 'ਤੇ ਕਾਲ ਦਿੰਦਾ ਹੈ, 102 ਤੋਂ ਜੋ ਕਾਲ ਆਉਂਦੀ ਹੈ ਅਸੀਂ ਮੂਵ ਕਰਦੇ ਹਾਂ ਪੇਸ਼ੈਂਟ ਦੇ ਕੋਲ। ਅਸੀਂ ਪੇਸ਼ੈਂਟ ਕੋਲ ਜਾਂਦੇ ਹਾਂ ਅਤੇ 2 ਸਾਲਾਂ ਤੋਂ ਅਸੀਂ ਕੰਟੀਨਿਊ ਕਰ ਰਹੇ ਇਹੀ ਕੰਮ ਜੀ। ਆਪਣੀ ਕਿੱਟ ਪਹਿਨ ਕੇ, ਆਪਣੇ ਗਲਵਜ਼, ਮਾਸਕ ਪਹਿਨ ਕੇ ਪੇਸ਼ੈਂਟ ਨੂੰ ਜਿੱਥੇ ਉਹ ਡਰੋਪ ਕਰਨ ਲਈ ਕਹਿੰਦੇ ਹੈ, ਜਿਸ ਵੀ ਹਸਪੀਟਲ 'ਚ ਅਸੀਂ ਜਲਦੀ ਤੋਂ ਜਲਦੀ ਉਹਨਾਂ ਨੂੰ ਡਰੋਪ ਕਰਦੇ ਹਾਂ ਜੀ।
ਤੁਹਾਨੂੰ ਤਾਂ ਵੈਕਸੀਨ ਦੀਆਂ ਦੋਵੇਂ ਡੋਜ਼ਜ਼ ਲੱਗ ਗਈਆਂ ਹੋਣਗੀਆਂ। ਬਿਲਕੁਲ ਸਰ। ਤਾਂ ਦੂਸਰੇ ਲੋਕ ਵੈਕਸੀਨ ਲਗਵਾਉਣ, ਇਸ ਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਰ ਬਿਲਕੁਲ, ਸਾਰਿਆਂ ਨੂੰ ਇਹ ਡੋਜ਼ ਲਗਵਾਉਣੀ ਚਾਹੀਦੀ ਹੈ, ਚੰਗੀ ਹੈ ਫੈਮਿਲੀ ਦੇ ਲਈ ਵੀ। ਹੁਣ ਮੈਨੂੰ ਮੇਰੀ ਮੰਮੀ ਕਹਿੰਦੀ ਕਿ ਨੌਕਰੀ ਛੱਡ ਦੇ। ਮੈਂ ਬੋਲਿਆ, ਮੰਮੀ ਜੇਕਰ ਮੈਂ ਨੌਕਰੀ ਛੱਡ ਕੇ ਬਹਿ ਜਾਵਾਂਗਾ ਤੇ ਪੇਸ਼ੈਂਟਾਂ ਨੂੰ ਹਸਪੀਟਲ 'ਚ ਕੌਣ ਲੈ ਕੇ ਜਾਏਗਾ? ਕਿਉਂਕਿ ਸਭ ਇਸ ਕਰੋਨਾ ਕਾਲ ਤੋਂ ਭੱਜ ਰਹੇ ਨੇ, ਸਭ ਨੌਕਰੀ ਛੱਡ ਕੇ ਜਾ ਰਹੇ ਨੇ। ਮੰਮੀ ਵੀ ਮੈਨੂੰ ਕਹਿੰਦੀ ਕਿ ਬੇਟਾ ਨੌਕਰੀ ਛੱਡ ਦੇ। ਮੈਂ ਕਿਹਾ ਨਹੀਂ ਮੰਮੀ, ਮੈਂ ਨੌਕਰੀ ਨਹੀਂ ਛੱਡਾਂਗਾ। ਪ੍ਰੇਮ ਜੀ, ਮਾਂ ਨੂੰ ਦੁਖੀ ਨਾ ਕਰਨਾ, ਮਾਂ ਨੂੰ ਸਮਝਾਉਣਾ। ਹਾਂਜੀ ਲੇਕਿਨ ਤੁਸੀਂ ਇਹ ਜੋ ਮਾਂ ਵਾਲੀ ਗੱਲ ਦੱਸੀ ਨਾ, ਜੀ, ਇਹ ਬਹੁਤ ਹੀ ਛੂਹਣ ਵਾਲੀ ਹੈ। ਹਾਂਜੀ ਤੁਹਾਡੀ ਮਾਤਾ ਜੀ ਨੂੰ ਵੀ ਹਾਂਜੀ, ਮੇਰਾ ਪ੍ਰਣਾਮ ਕਹਿਣਾ। ਬਿਲਕੁਲ ਜੀ। ਹਾਂ, ਹਾਂਜੀ ਹੋਰ ਪ੍ਰੇਮ ਜੀ, ਮੈਂ ਤੁਹਾਡੇ ਮਾਧਿਅਮ ਨਾਲ ਜੀ ਇਹ ਐਂਬੂਲੈਂਸ ਚਲਾਉਣ ਵਾਲੇ ਸਾਡੇ ਡਰਾਈਵਰ ਵੀ ਜੀ ਕਿੰਨਾ ਵੱਡਾ ਰਿਸਕ ਲੈ ਕੇ ਕੰਮ ਕਰ ਰਹੇ ਨੇ, ਹਾਂਜੀ ਤੇ ਹਰ ਇੱਕ ਦੀ ਮਾਂ ਕੀ ਸੋਚਦੀ ਹੈ, ਬਿਲਕੁਲ ਸਰ। ਇਹ ਗੱਲ ਜਦੋਂ ਸਰੋਤਿਆਂ ਤੱਕ ਪਹੁੰਚੇਗੀ, ਜੀ ਮੈਂ ਜ਼ਰੂਰ ਮੰਨਦਾ ਕਿ ਉਹਨਾਂ ਦੇ ਦਿਲ ਨੂੰ ਵੀ ਛੂਹ ਜਾਏਗੀ। ਹਾਂਜੀ ਪ੍ਰੇਮ ਜੀ, ਬਹੁਤ-ਬਹੁਤ ਧੰਨਵਾਦ। ਤੁਸੀਂ ਇੱਕ ਤਰ੍ਹਾਂ ਨਾਲ ਪ੍ਰੇਮ ਦੀ ਗੰਗਾ ਵਹਾ ਰਹੇ ਹੋ। ਧੰਨਵਾਦ ਸਰ ਜੀ। ਧੰਨਵਾਦ ਭਾਈ। ਧੰਨਵਾਦ ਜੀ। ਸਾਥੀਓ, ਪ੍ਰੇਮ ਵਰਮਾ ਜੀ ਤੇ ਇਹਨਾਂ ਵਰਗੇ ਹਜ਼ਾਰਾਂ ਲੋਕ ਅੱਜ ਆਪਣਾ ਜੀਵਨ ਦਾਅ 'ਤੇ ਲਗਾ ਕੇ ਲੋਕਾਂ ਦੀ ਸੇਵਾ ਕਰ ਰਹੇ ਨੇ। ਕਰੋਨਾ ਦੇ ਖਿਲਾਫ ਇਸ ਲੜਾਈ ਵਿੱਚ ਜਿੰਨੇ ਵੀ ਲੋਕ ਸੁਰੱਖਿਅਤ ਨੇ, ਉਸ ਵਿੱਚ ਐਂਬੂਲੈਂਸ ਡਰਾਈਵਰਸ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਪ੍ਰੇਮ ਜੀ, ਤੁਹਾਨੂੰ ਤੇ ਦੇਸ਼ ਭਰ ਵਿੱਚ ਤੁਹਾਡੇ ਸਾਰੇ ਸਾਥੀਆਂ ਦੀ ਮੈਂ ਬਹੁਤ ਸ਼ਲਾਘਾ ਕਰਦਾ। ਤੁਸੀਂ ਸਮੇਂ 'ਤੇ ਪਹੁੰਚਦੇ ਰਹੋ, ਜੀਵਨ ਬਚਾਉਂਦੇ ਰਹੋ। ਮੇਰੇ ਪਿਆਰੇ ਦੇਸ਼ਵਾਸੀਓ, ਇਹ ਸਹੀ ਹੈ ਕਿ ਕਰੋਨਾ ਨਾਲ ਬਹੁਤ ਸਾਰੇ ਲੋਕ ਸੰਕਰਮਿਤ ਹੋ ਰਹੇ ਨੇ, ਲੇਕਿਨ ਕਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਓਨੀ ਹੀ ਜ਼ਿਆਦਾ ਹੈ। ਗੁਰੂਗ੍ਰਾਮ ਦੀ ਪ੍ਰੀਤੀ ਚਤੁਰਵੇਦੀ ਜੀ ਨੇ ਹੁਣੇ ਜਿਹੇ ਹੀ ਕਰੋਨਾ ਨੂੰ ਮਾਤ ਦਿੱਤੀ ਹੈ। ਪ੍ਰੀਤੀ ਜੀ ਮਨ ਕੀ ਬਾਤ ਵਿੱਚ ਸਾਡੇ ਨਾਲ ਜੁੜ ਰਹੇ ਨੇ। ਉਹਨਾਂ ਦੇ ਅਨੁਭਵ ਸਾਡੇ ਸਾਰਿਆਂ ਦੇ ਕਾਫੀ ਕੰਮ ਆਉਣਗੇ। ਪ੍ਰੀਤੀ ਜੀ, ਨਮਸਤੇ। ਨਮਸਤੇ ਸਰ, ਕੀ ਹਾਲ ਹੈ ਤੁਹਾਡਾ? ਮੈਂ ਠੀਕ ਹਾਂ ਜੀ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਕੋਵਿਡ-19 ਨਾਲ ਜੀ ਸਫਲਤਾਪੂਰਵਕ ਲੜਨ ਦੇ ਲਈ ਜੀ, ਸਰਾਹਨਾ ਕਰਾਂਗਾ। ਥੈਂਕ ਯੂ ਸੋ ਮਚ ਸਰ। ਮੇਰੀ ਕਾਮਨਾ ਹੈ ਤੁਹਾਡੀ ਸਿਹਤ ਹੋਰ ਤੇਜ਼ੀ ਨਾਲ ਬਿਹਤਰ ਹੋਵੇ। ਜੀ ਸ਼ੁਕਰੀਆ ਜੀ। ਪ੍ਰੀਤੀ ਜੀ, ਹਾਂ ਜੀ ਸਰ। ਇਹ ਸਿਰਫ ਤੁਹਾਡੇ ਪੂਰੇ ਵੇਵ ਵਿੱਚ ਤੁਹਾਡਾ ਹੀ ਨੰਬਰ ਲੱਗਾ ਹੈ ਕਿ ਪਰਿਵਾਰ ਦੇ ਹੋਰ ਮੈਂਬਰ ਵੀ ਇਸ ਵਿੱਚ ਫਸ ਗਏ ਨੇ? ਨਹੀਂ ਨਹੀਂ ਸਰ, ਮੈਂ ਇਕੱਲੀ ਹੀ ਹੋਈ ਸੀ। ਚਲੋ, ਭਗਵਾਨ ਦੀ ਕਿਰਪਾ ਰਹੀ। ਚੰਗਾ, ਮੈਂ ਚਾਹਾਂਗਾ ਹਾਂ ਜੀ ਸਰ। ਜੇਕਰ ਤੁਸੀਂ ਆਪਣੀ ਇਸ ਦੁੱਖ ਦੀ ਅਵਸਥਾ ਦੇ ਕੁਝ ਅਨੁਭਵ ਸਾਡੇ ਨਾਲ ਸਾਂਝੇ ਕਰੋ, ਤੇ ਸ਼ਾਇਦ ਜੋ ਸਰੋਤੇ ਨੇ ਉਹਨਾਂ ਨੂੰ ਵੀ ਅਜਿਹੇ ਸਮੇਂ ਕਿਵੇਂ ਆਪਣੇ ਆਪ ਨੂੰ ਸੰਭਾਲਣਾ ਚਾਹੀਦਾ ਹੈ, ਇਸ ਦਾ ਮਾਰਗਦਰਸ਼ਨ ਮਿਲੇਗਾ। ਜੀ ਸਰ, ਜ਼ਰੂਰ। ਸਰ, ਇਨੀਸ਼ੀਅਲੀ ਸਟੇਜ ਵਿੱਚ ਮੈਨੂੰ ਬਹੁਤ ਜ਼ਿਆਦਾ ਲੈਥਾਰਜੀ, ਮਤਲਬ ਬਹੁਤ ਸੁਸਤੀ ਮਹਿਸੂਸ ਹੋਈ, ਅਤੇ ਉਸ ਤੋਂ ਬਾਅਦ ਮੇਰੇ ਗਲੇ ਵਿੱਚ ਥੋੜ੍ਹੀ ਜਿਹੀ ਖਾਰਿਸ਼ ਹੋਣ ਲੱਗੀ। ਤਾਂ ਉਸ ਤੋਂ ਬਾਅਦ ਨਾ ਮੈਨੂੰ ਥੋੜ੍ਹਾ ਜਿਹਾ ਲੱਗਾ ਕਿ ਇਹ ਸਿੰਪਟਮਸ ਨੇ, ਤਾਂ ਮੈਂ ਟੈਸਟ ਕਰਵਾਉਣ ਦੇ ਲਈ ਟੈਸਟ ਕਰਵਾਇਆ। ਦੂਸਰੇ ਦਿਨ ਰਿਪੋਰਟ ਆਉਂਦਿਆਂ ਹੀ ਜਿਵੇਂ ਮੈਂ ਪੋਜ਼ੀਟਿਵ ਹੋਈ, ਮੈਂ ਆਪਣੇ ਆਪ ਨੂੰ ਕੁਆਰੰਟਾਈਨ ਕਰ ਲਿਆ, ਇੱਕ ਰੂਮ ਵਿੱਚ ਆਈਸੋਲੇਟ ਕਰਕੇ, ਡਾਕਟਰਸ ਦੇ ਨਾਲ ਕੰਸਲਟ ਕਰਕੇ ਮੈਂ ਉਹਨਾਂ ਦੀ ਮੈਡੀਕੇਸ਼ਨ ਸਟਾਰਟ ਕਰ ਦਿੱਤੀ। ਤਾਂ ਤੁਹਾਡਾ ਪਰਿਵਾਰ ਬਚ ਗਿਆ ਤੁਹਾਡੇ ਕੁਇਕ ਐਕਸ਼ਨ ਦੇ ਕਾਰਨ? ਜੀ ਸਰ, ਉਹਨਾਂ ਸਾਰੇ ਨੇ ਵੀ ਬਾਅਦ ਵਿੱਚ ਟੈਸਟ ਕਰਵਾਇਆ ਸੀ, ਬਾਕੀ ਸਾਰੇ ਨੈਗੇਟਿਵ ਸਨ, ਮੈਂ ਹੀ ਪੋਜ਼ੀਟਿਵ ਸੀ। ਉਸ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਸੀ ਇੱਕ ਰੂਮ ਦੇ ਅੰਦਰ। ਆਪਣੀ ਜ਼ਰੂਰਤ ਦਾ ਸਾਰਾ ਸਮਾਨ ਰੱਖ ਕੇ ਮੈਂ ਆਪਣੇ ਆਪ ਕਮਰੇ ਵਿੱਚ ਬੰਦ ਹੋ ਗਈ ਸੀ, ਅਤੇ ਉਸ ਦੇ ਨਾਲ ਮੈਂ ਫਿਰ ਡਾਕਟਰ ਦੇ ਨਾਲ ਮੈਡੀਕੇਸ਼ਨ ਸਟਾਰਟ ਕਰ ਦਿੱਤੀ। ਅਤੇ ਸਰ, ਮੈਂ ਮੈਡੀਕੇਸ਼ਨ ਦੇ ਨਾਲ ਯੋਗ, ਆਯੁਰਵੈਦਿਕ ਅਤੇ ਇਹ ਸਭ ਕੁਝ ਸਟਾਰਟ ਕੀਤਾ, ਅਤੇ ਨਾਲ ਕਾੜਾ ਵੀ ਲੈਣਾ ਸ਼ੁਰੂ ਕਰ ਦਿੱਤਾ ਸੀ ਇਮਿਊਨਿਟੀ ਬੂਸਟ ਕਰਨ ਦੇ ਲਈ। ਅਤੇ ਸਰ, ਮੈਂ ਦਿਨ ਵਿੱਚ ਜਦੋਂ ਵੀ ਆਪਣਾ ਭੋਜਨ ਲੈਂਦੀ ਸੀ, ਉਸ ਵਿੱਚ ਮੈਂ ਹੈਲਦੀ ਫੂਡ ਜੋ ਕਿ ਪ੍ਰੋਟੀਨ ਰਿਚ ਡਾਇਟ ਸੀ, ਉਹ ਮੈਂ ਲਿਆ। ਮੈਂ ਬਹੁਤ ਸਾਰਾ ਫਲੂਇਡ ਲਿਆ, ਮੈਂ ਸਟੀਮ ਲਈ, ਗਾਰਗਲ ਕੀਤਾ ਅਤੇ ਹੌਟ ਵਾਟਰ ਲਿਆ। ਮੈਂ ਦਿਨ ਭਰ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੀ ਸਾਰਾ ਸਮਾਂ ਲੈਂਦੀ ਰਹੀ ਡੇਲੀ। ਅਤੇ ਸਰ, ਇਹਨਾਂ ਦਿਨਾਂ ਵਿੱਚ ਸਭ ਤੋਂ ਵੱਡੀ ਗੱਲ ਮੈਂ ਕਹਿਣਾ ਚਾਹਾਂਗੀ, ਘਬਰਾਉਣਾ ਤਾਂ ਬਿਲਕੁਲ ਨਹੀਂ ਹੈ, ਬਹੁਤ ਮੈਂਟਲੀ ਸਟਰੋਂਗ ਰਹਿਣਾ ਹੈ। ਜਿਸ ਲਈ ਮੈਂ ਯੋਗ ਵਿੱਚ ਬਹੁਤ ਜ਼ਿਆਦਾ ਬਰੀਦਿੰਗ ਐਕਸਰਸਾਈਜ਼ ਕਰਦੀ ਸੀ, ਚੰਗਾ ਲੱਗਦਾ ਸੀ ਉਸ ਨੂੰ ਕਰਨ ਨਾਲ ਮੈਨੂੰ। ਹਾਂ, ਅੱਛਾ ਪ੍ਰੀਤੀ ਜੀ, ਹੁਣ ਜਦੋਂ ਤੁਹਾਡਾ ਪ੍ਰੋਸੈਸ ਪੂਰਾ ਹੋ ਗਿਆ, ਤੁਸੀਂ ਸੰਕਟ ਤੋਂ ਬਾਹਰ ਨਿਕਲ ਆਏ ਹੋ, ਹਾਂਜੀ। ਹੁਣ ਤੁਹਾਡਾ ਟੈਸਟ ਵੀ ਨੈਗੇਟਿਵ ਆ ਗਿਆ, ਹਾਂਜੀ ਸਰ। ਤਾਂ ਫਿਰ ਤੁਸੀਂ ਆਪਣੀ ਸਿਹਤ ਦੀ ਦੇਖਭਾਲ ਲਈ ਹੁਣ ਕੀ ਕਰ ਰਹੇ ਹੋ? ਸਰ, ਮੈਂ ਇੱਕ ਤਾਂ ਯੋਗ ਬੰਦ ਨਹੀਂ ਕੀਤਾ। ਹਾਂ, ਠੀਕ ਹੈ,
ਮੈਂ ਕਾੜਾ ਹਜੇ ਵੀ ਲੈ ਰਹੀ ਹਾਂ ਅਤੇ ਆਪਣੀ ਇਮਿਊਨਿਟੀ ਬੂਸਟ ਰੱਖਣ ਦੇ ਲਈ ਮੈਂ ਚੰਗਾ ਹੈਲਦੀ ਫੂਡ ਖਾ ਰਹੀ ਹਾਂ, ਹਾਂ, ਜੋ ਕਿ ਮੈਂ ਬਹੁਤ ਆਪਣੇ ਆਪ ਨੂੰ ਨਿਗਲੈਕਟ ਕਰ ਰਹੀ ਸੀ, ਉਸ 'ਤੇ ਬਹੁਤ ਹੀ ਧਿਆਨ ਦੇ ਰਹੀ ਹਾਂ ਮੈਂ। ਧੰਨਵਾਦ ਪ੍ਰੀਤੀ ਜੀ। ਥੈਂਕ ਯੂ ਸੋ ਮਚ ਸਰ। ਤੁਸੀਂ ਜੋ ਜਾਣਕਾਰੀ ਦਿੱਤੀ, ਮੈਨੂੰ ਲੱਗਦਾ ਹੈ ਕਿ ਇਹ ਬਹੁਤ ਸਾਰੇ ਲੋਕਾਂ ਦੇ ਕੰਮ ਆਏਗੀ। ਤੁਸੀਂ ਸਿਹਤਮੰਦ ਰਹੋ, ਤੁਹਾਡੇ ਪਰਿਵਾਰ ਦੇ ਲੋਕ ਸਿਹਤਮੰਦ ਰਹਿਣ, ਮੇਰੀਆਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਮੇਰੇ ਪਿਆਰੇ ਦੇਸ਼ਵਾਸੀਓ, ਜਿਵੇਂ ਅੱਜ ਸਾਡੇ ਮੈਡੀਕਲ ਫੀਲਡ ਦੇ ਲੋਕ ਫਰੰਟਲਾਈਨ ਵਰਕਰਜ਼ ਦਿਨ-ਰਾਤ ਸੇਵਾ ਕਾਰਜਾਂ ਵਿੱਚ ਲੱਗੇ ਰਹਿੰਦੇ ਨੇ, ਉਂਝ ਹੀ ਸਮਾਜ ਦੇ ਹੋਰ ਲੋਕ ਵੀ ਇਸ ਵੇਲੇ ਪਿੱਛੇ ਨਹੀਂ। ਦੇਸ਼ ਇੱਕ ਵਾਰ ਫੇਰ ਇਕਜੁੱਟ ਹੋ ਕੇ ਕੋਰੋਨਾ ਦੇ ਖਿਲਾਫ ਲੜਾਈ ਲੜ ਰਿਹਾ ਹੈ। ਇਨ੍ਹੀਂ ਦਿਨੀਂ ਮੈਂ ਵੇਖ ਰਿਹਾ ਕਿ ਕੋਈ ਕੁਆਰੰਟੀਨ ਵਿੱਚ ਰਹਿ ਰਹੇ ਪਰਿਵਾਰਾਂ ਦੇ ਲਈ ਦਵਾਈ ਪਹੁੰਚਾ ਰਿਹਾ ਹੈ, ਕੋਈ ਸਬਜ਼ੀਆਂ, ਦੁੱਧ, ਫਲ ਆਦਿ ਪਹੁੰਚਾ ਰਿਹਾ ਹੈ, ਕੋਈ ਐਂਬੂਲੈਂਸ ਦੀਆਂ ਮੁਫਤ ਸੇਵਾਵਾਂ ਮਰੀਜ਼ਾਂ ਨੂੰ ਦੇ ਰਿਹਾ ਹੈ। ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਇਸ ਚੁਣੌਤੀਪੂਰਨ ਸਮੇਂ ਵਿੱਚ ਵੀ ਸਵੈ ਸੇਵੀ ਸੰਗਠਨ ਅੱਗੇ ਆ ਕੇ ਦੂਸਰਿਆਂ ਦੀ ਮਦਦ ਦੇ ਲਈ ਜੋ ਵੀ ਕਰ ਸਕਦੇ ਨੇ, ਉਹ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਵਾਰੀ ਪਿੰਡਾਂ ਵਿੱਚ ਵੀ ਨਵੀਂ ਜਾਗਰੂਕਤਾ ਵੇਖੀ ਜਾ ਰਹੀ ਹੈ। ਕੋਵਿਡ ਨਿਯਮਾਂ ਦਾ ਸਖਤੀ ਨਾਲ ਪਾਲਣਾ ਕਰਦੇ ਹੋਏ ਲੋਕ ਆਪਣੇ ਪਿੰਡ ਦੀ ਕੋਰੋਨਾ ਤੋਂ ਰੱਖਿਆ ਕਰ ਰਹੇ ਨੇ। ਜੋ ਲੋਕ ਬਾਹਰ ਤੋਂ ਆਏ ਨੇ, ਉਨ੍ਹਾਂ ਦੇ ਲਈ ਸਹੀ ਵਿਵਸਥਾਵਾਂ ਕੀਤੀਆਂ ਜਾ ਰਹੀਆਂ ਨੇ। ਸ਼ਹਿਰਾਂ ਵਿੱਚ ਵੀ ਕਈ ਨੌਜਵਾਨ ਸਾਹਮਣੇ ਆਏ ਨੇ ਜੋ ਆਪਣੇ ਖੇਤਰ ਵਿੱਚ ਕੋਰੋਨਾ ਦੇ ਕੇਸ ਨਾ ਵਧਣ, ਇਸ ਦੇ ਲਈ ਸਥਾਨਕ ਨਿਵਾਸੀਆਂ ਦੇ ਨਾਲ ਮਿਲ ਕੇ ਕੋਸ਼ਿਸ਼ ਕਰ ਰਹੇ ਨੇ। ਯਾਨੀ ਇੱਕ ਪਾਸੇ ਦੇਸ਼ ਦਿਨ-ਰਾਤ ਹਸਪਤਾਲਾਂ, ਵੈਂਟੀਲੇਟਰਜ਼ ਅਤੇ ਦਵਾਈਆਂ ਦੇ ਲਈ ਕੰਮ ਕਰ ਰਿਹਾ ਹੈ, ਅਤੇ ਦੂਜੇ ਪਾਸੇ ਦੇਸ਼ਵਾਸੀ ਵੀ ਜੀ-ਜਾਨ ਨਾਲ ਕੋਰੋਨਾ ਦੀ ਚੁਣੌਤੀ ਦਾ ਮੁਕਾਬਲਾ ਕਰ ਰਹੇ ਨੇ। ਇਹ ਭਾਵਨਾ ਸਾਨੂੰ ਕਿੰਨੀ ਤਾਕਤ ਦਿੰਦੀ ਹੈ, ਕਿੰਨਾ ਵਿਸ਼ਵਾਸ ਦਿੰਦੀ ਹੈ। ਇਹ ਜੋ ਵੀ ਯਤਨ ਹੋ ਰਹੇ ਨੇ, ਸਮਾਜ ਦੀ ਬਹੁਤ ਵੱਡੀ ਸੇਵਾ ਹੈ। ਇਹ ਸਮਾਜ ਦੀ ਸ਼ਕਤੀ ਵਧਾਉਂਦੀ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਮਨ ਕੀ ਬਾਤ ਦੀ ਪੂਰੀ ਚਰਚਾ ਨੂੰ ਅਸੀਂ ਕੋਰੋਨਾ ਮਹਾਮਾਰੀ 'ਤੇ ਹੀ ਰੱਖਿਆ, ਕਿਉਂਕਿ ਅੱਜ ਸਾਡੀ ਸਭ ਤੋਂ ਵੱਡੀ ਪਹਿਲ ਇਸ ਬਿਮਾਰੀ ਨੂੰ ਹਰਾਉਣਾ ਹੈ। ਅੱਜ ਭਗਵਾਨ ਮਹਾਵੀਰ ਜਯੰਤੀ ਵੀ ਹੈ। ਇਸ ਮੌਕੇ 'ਤੇ ਮੈਂ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦਾ। ਭਗਵਾਨ ਮਹਾਵੀਰ ਦੇ ਸੰਦੇਸ਼ ਸਾਨੂੰ ਤਪ ਅਤੇ ਆਤਮ ਸੰਜਮ ਦੀ ਪ੍ਰੇਰਣਾ ਦਿੰਦੇ ਨੇ। ਹੁਣ ਰਮਜ਼ਾਨ ਦਾ ਪਵਿੱਤਰ ਮਹੀਨਾ ਵੀ ਚੱਲ ਰਿਹਾ ਹੈ, ਅੱਗੇ ਬੁੱਧ ਪੂਰਨਿਮਾ ਹੈ, ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਵੀ ਹੈ। ਇੱਕ ਮਹੱਤਵਪੂਰਨ ਦਿਨ ਪੋਚੀਸ਼ੇ ਬੋਈਸ਼ਾਕ ਟੈਗੋਰ ਜਯੰਤੀ ਦਾ ਹੈ। ਇਹ ਸਾਰੇ ਸਾਨੂੰ ਪ੍ਰੇਰਣਾ ਦਿੰਦੇ ਨੇ, ਪ੍ਰੇਰਣਾ ਆਪਣੇ ਫਰਜ਼ਾਂ ਨੂੰ ਨਿਭਾਉਣ ਦੀ। ਇੱਕ ਨਾਗਰਿਕ ਦੇ ਤੌਰ 'ਤੇ ਅਸੀਂ ਆਪਣੇ ਜੀਵਨ ਵਿੱਚ ਜਿੰਨੀ ਕੁਸ਼ਲਤਾ ਨਾਲ ਆਪਣੇ ਫਰਜ਼ਾਂ ਨੂੰ ਨਿਭਾਵਾਂਗੇ, ਸੰਕਟ ਤੋਂ ਮੁਕਤ ਹੋ ਕੇ ਭਵਿੱਖ ਦੇ ਰਾਹ 'ਤੇ ਓਨੀ ਹੀ ਤੇਜ਼ੀ ਨਾਲ ਅੱਗੇ ਵਧਾਂਗੇ। ਇਸੇ ਕਾਮਨਾ ਦੇ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਅਨੁਰੋਧ ਕਰਦਾ ਕਿ ਵੈਕਸੀਨ ਅਸੀਂ ਸਾਰਿਆਂ ਨੇ ਲਗਵਾਉਣੀ ਹੈ ਅਤੇ ਪੂਰੀ ਸਾਵਧਾਨੀ ਵੀ ਰੱਖਣੀ ਹੈ। ਦਵਾਈ ਵੀ, ਕੜਾਈ ਵੀ, ਇਸ ਮੰਤਰ ਨੂੰ ਕਦੇ ਨਹੀਂ ਭੁੱਲਣਾ। ਅਸੀਂ ਜਲਦੀ ਹੀ ਨਾਲ ਮਿਲ ਕੇ ਇਸ ਆਫਤ ਤੋਂ ਬਾਹਰ ਆਵਾਂਗੇ। ਇਸੇ ਵਿਸ਼ਵਾਸ ਦੇ ਨਾਲ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਨਮਸਕਾਰ।